ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਬਹੂ ਮੈਨੂੰ ਕਮਰੇ ਤੋਂ ਬਾਹਰ ਕੱਢ ਦੇ, ਕੱਲ ਦਾ ਮੈਂ ਕੁਝ ਨਹੀਂ ਖਾਧਾ। ਜੇ ਤੂੰ ਮੈਨੂੰ ਅਜਿਹੀ ਸਜ਼ਾ ਦਿੰਦੀ ਰਹੇਂਗੀ ਤਾਂ ਮੈਂ ਇੱਕ ਦਿਨ ਬੇਟੇ ਨੂੰ ਦੱਸ ਦੇਵਾਂਗੀ। ਕਦੋਂ ਤੱਕ ਮੇਰੇ ਉੱਤੇ ਇਸ ਤਰ੍ਹਾਂ ਅਤਿਆਚਾਰ ਕਰਦੀ ਰਵੇਂਗੀ। ਬਹੂ ਬਹੁਤ ਤੇਜ਼ ਭੁੱਖ ਲੱਗੀ ਆ, ਜੇ ਕੁਝ ਬਣਾਇਆ ਹੈਗਾ ਤਾਂ ਮੈਨੂੰ ਦੇ ਦੇ, ਕਿਉਂਕਿ ਮੈਂ ਦਵਾਈ ਖਾਣੀ ਆ। ਕੱਲ੍ਹ ਦੀ ਮੈਂ ਦਵਾਈ ਬਿਨਾਂ ਖਾਧੇ ਹੀ ਲੈ ਲਈ ਸੀ, ਜਿਸ ਦੀ ਵਜ੍ਹਾ ਨਾਲ ਪੂਰੇ ਦਿਨ ਮੇਰਾ ਮਨ ਠੀਕ ਨਹੀਂ ਰਿਹਾ। ਅੱਜ ਕੁਝ ਖਾਣ ਦੇ ਬਾਅਦ ਹੀ ਦਵਾਈ ਖਾਊਂਗੀ। ਤਾਂ ਬਹੂ ਰਸੋਈ ਵਿੱਚ ਉੱਚੀ ਦੇਣੇ ਬੋਲੀ ਕਿ ਤੂੰ ਮੈਨੂੰ ਆਪਣੇ ਬੇਟੇ ਨੂੰ ਦੱਸਣ ਦੀ ਧਮਕੀ ਦੇ ਰਹੀ ਆਂ। ਸਾਰਾ ਦਿਨ ਤੂੰ ਰਸੋਈ ਵੱਲ ਦੇਖੀ ਜਾਂਦੀ ਆ। ਹਾਲੇ ਤਾਂ ਮੈਂ ਅਨਮੋਲ ਨੂੰ ਸਕੂਲ ਭੇਜਣਾ, ਉਸ ਦੇ ਲਈ ਟਿਫਨ ਬਣਾਉਣਾ। ਪਹਿਲਾਂ ਉਸ ਦੇ ਲਈ ਟਿਫਨ ਬਣਾ ਕੇ ਸਕੂਲ ਭੇਜ ਦੇਵਾਂ, ਉਸ ਦੇ ਬਾਅਦ ਤੁਹਾਨੂੰ ਕੁਝ ਖਾਣ ਨੂੰ ਦੇਵਾਂਗੀ। ਤੂੰ ਐ ਕਰ, ਬਾਹਰ ਜਾ ਕੇ ਬੈਠ ਜਾ। ਜੇ ਨਹੀਂ ਬੈਠਿਆ ਜਾਂਦਾ ਤਾਂ ਉੱਪਰ ਛੱਤ ਉੱਤੇ ਝਾੜੂ ਲਾਉਣ ਵਾਲਾ ਦਵਾਈ ਦੀ ਸਫਾਈ ਕਰਨ ਵਾਲੀ ਆ, ਹੌਲੀ ਹੌਲੀ ਸਾਫ਼ ਸਫਾਈ ਕਰਦੇ ਚੱਲੋ। ਮੈਨੂੰ ਵੀ ਘਰ 'ਚ ਬਹੁਤ ਸਾਰੇ ਕੰਮ ਹੁੰਦੇ ਆ। ਬਸ ਬਿਮਾਰੀ ਦਾ ਬਹਾਨਾ ਬਣਾ ਕੇ 4 ਦਿਨਾਂ ਤੋਂ ਬਿਸਤਰੇ 'ਤੇ ਹੀ ਪਈਆਂ, ਆਪਣੀ ਕਮਰ ਸਿੱਧੀ ਕਰ ਰਹੀ ਹਾਂ। ਹੁਣ ਬਹੁਤ ਹੋ ਗਿਆ, ਕੁਝ ਕੰਮ ਧੰਦਾ ਦੇਖ ਲਓ। ਬਹੂ ਪਹਿਲਾਂ ਕੁਝ ਖਾਣ ਨੂੰ ਤਾਂ ਦੇ ਦੇ, ਉਸ ਦੇ ਬਾਅਦ ਹੀ ਕੁਝ ਕੰਮ ਕਰੂੰਗੀ। 4 ਦਿਨਾਂ ਤੋਂ ਬਿਮਾਰ ਸੀ, ਚੰਗੀ ਤਰ੍ਹਾਂ ਖਾਣਾ ਖਾ ਵੀ ਨਹੀਂ ਹੋਇਆ, ਜਿਸ ਦੀ ਵਜ੍ਹਾ ਨਾਲ ਸਰੀਰ 'ਚ ਕਮਜ਼ੋਰੀ ਹੋ ਰਹੀ ਆ ਤੇ ਫਿਰ ਤੁਰ ਫਿਰ ਵੀ ਨਹੀਂ ਹੁੰਦਾ। ਬਹੂ ਬੋਲੀ ਕਿ ਹਾਂ ਹਾਂ, ਤੈਨੂੰ ਤਾਂ ਬਸ ਕੰਮ ਨਾ ਕਰਨ ਦਾ ਬਹਾਨਾ ਚਾਹੀਦਾ। ਮੈਂ ਪੂਰਾ ਦਿਨ ਰਸੋਈ ਵਿੱਚ ਖੜੀ ਰਹਿੰਦੀ ਆ। ਹੁਣ ਜਲਦੀ ਨਾਲ ਆਪਣਾ ਬੁਖਾਰ ਠੀਕ ਕਰ। ਦੀਵਾਲੀ ਦੀ ਸਾਫ਼ ਸਫਾਈ ਵਿੱਚ ਬਹੁਤ ਕੰਮ ਹੁੰਦਾ, ਕੁਝ ਕਰਦੀ ਧਰਦੀ ਤਾਂ ਹੈ ਨਹੀਂ। ਤਿੰਨੋਂ ਟਾਈਮ ਤੈਨੂੰ ਖਾਣਾ ਚਾਹੀਦਾ, ਉੱਪਰ ਤੋਂ ਬਿਮਾਰ ਹੋਣ 'ਤੇ ਦਵਾਈਆਂ ਚਾਹੀਦੀਆਂ। ਇੱਕ ਪੈਸਾ ਤਾਂ ਕਮਾਉਂਦੀ ਨਹੀਂ, ਖਰਚਾ ਕਿੰਨਾ ਗਿਣਾ ਦਿੰਨੀ ਆ। ਤਾਂ ਸਰਜੀਤ ਕੌਰ ਬੋਲੀ ਕਿ ਠੀਕ ਆ ਬਹੂ। ਇੰਨਾ ਕਹਿ ਕੇ ਸਰਜੀਤ ਕੌਰ ਆਪਣੇ ਕਮਰੇ ਵਿੱਚ ਜਾ ਕੇ ਚੁੱਪਚਾਪ ਬੈਠ ਗਈ। ਸੋਚਣ ਲੱਗੀ ਕਿ ਥੋੜ੍ਹਾ ਜਿਹਾ ਖਾਣਾ ਕੀ ਮੰਗ ਲਿਆ, ਬਹੂ ਤਾਂ ਮੈਨੂੰ ਇੰਨਾ ਕੁਝ ਸੁਣਾ ਗਈ। ਬਹੁਤ ਦੇਰ ਤੱਕ ਸਰਜੀਤ ਜੀ ਰਸੋਈ ਦੇ ਵੱਲ ਟਿਕੀ ਲਗਾ ਕੇ ਬੈਠੀ ਰਹਿੰਦੀ ਆ ਤੇ ਬਹੂ ਉਹਨਾਂ ਨੂੰ ਕਦੋਂ ਆਵਾਜ਼ ਦੇ ਕੇ ਕਹੇਗੀ ਕਿ ਆ ਜਾਓ ਮਾਂ ਜੀ, ਖਾਣਾ ਬਣ ਗਿਆ। ਪਰ ਇੱਧਰ ਤਾਂ ਬਹੂ ਨੇ ਕੁਝ ਅਲੱਗ ਹੀ ਸੋਚ ਰੱਖਿਆ ਸੀ। ਉਸ ਨੇ ਅਨਮੋਲ ਦਾ ਟਿਫਨ ਪੈਕ ਕਰਕੇ ਪੂਰੀ ਰਸੋਈ ਦੀ ਸਾਫ਼ ਸਫਾਈ ਕਰ ਦਿੱਤੀ ਤੇ ਉਸ ਦੇ ਬਾਅਦ ਆਪਣੇ ਕਮਰੇ 'ਚ ਬੈਠ ਕੇ ਫੋਨ ਦੇਖਣ ਲੱਗੀ। ਸਵੇਰ ਦੇ 9 ਵੱਜ ਗਏ ਸੀ, ਹਾਲੇ ਤੱਕ ਬਹੂ ਨੇ ਆਵਾਜ਼ ਨਹੀਂ ਦਿੱਤੀ ਸੀ। ਇਹ ਸੋਚ ਕੇ ਸਰਜੀਤ ਕੌਰ ਜੀ ਆਪਣੇ ਕਮਰੇ ਵਿੱਚੋਂ ਉੱਠੀ ਤੇ ਰਸੋਈ 'ਚ ਗਈ ਤਾਂ ਦੇਖਿਆ ਪੂਰੀ ਰਸੋਈ ਸਾਫ਼ ਸੁਥਰੀ ਪਈ ਸੀ, ਭਾਂਡੇ ਧੋਤੇ ਹੋਏ ਸੀ, ਨਾਸ਼ਤੇ ਦੇ ਲਈ ਕੁਝ ਵੀ ਨਹੀਂ ਬਣਿਆ ਸੀ। ਫਿਰ ਤੋਂ ਬਹੂ ਨੂੰ ਆਵਾਜ਼ ਦਿੰਦੀ ਆ ਕਿ ਬਹੂ ਮੈਨੂੰ ਕੁਝ ਖਾਣ ਨੂੰ ਦੇ ਦੇ, ਮੈਂ ਦਵਾਈ ਖਾਣੀ ਆ, ਫਿਰ ਤੋਂ ਬੁਖਾਰ ਹੋ ਜਾਵੇਗਾ ਨਹੀਂ ਤਾਂ। ਬਹੂ ਕਹਿੰਦੀ ਆ ਕਿ ਮਾਂ ਜੀ ਮੈਂ ਤਾਂ ਭੁੱਲ ਗਈ ਤੁਹਾਡਾ ਨਾਸ਼ਤਾ ਬਣਾਉਣਾ, ਅੱਜ ਮੇਰਾ ਕਰਵਾ ਚੌਥ ਦਾ ਵਰਤ ਆ, ਮੈਂ ਤਾਂ ਪੂਰੇ ਦਿਨ ਵਰਤ ਰੱਖਾਂਗੀ। ਮੈਂ ਅਨਮੋਲ ਦੇ ਪਾਪਾ ਨੂੰ ਵੀ ਬੋਲ ਦਿੱਤਾ ਕਿ ਅੱਜ ਉਹ ਬਾਹਰ ਤੋਂ ਹੀ ਖਾਣਾ ਖਾ ਲੈਣਗੇ। ਅਨਮੋਲ ਨੂੰ ਮੈਗੀ ਪਸੰਦ ਸੀ, ਇਸ ਲਈ ਮੈਂ ਮੈਗੀ ਬਣਾ ਕੇ ਪੈਕ ਕਰ ਦਿੱਤੀ। ਹੁਣ ਰਹੀ ਤੁਹਾਡੀ ਵਾਰੀ, ਤਾਂ ਤੁਸੀਂ ਤਾਂ ਵੈਸੇ ਵੀ ਬਿਮਾਰ ਹੋ, ਕੁਝ ਖਾਓਗੇ ਨਹੀਂ। ਇਹ ਸੋਚ ਕੇ ਮੈਂ ਕੁਝ ਨਹੀਂ ਬਣਾਇਆ ਤੇ ਮਾਂ ਜੀ ਪੂਰੇ ਦਿਨ ਮੈਂ ਬਿਨਾਂ ਖਾਧੇ ਪੀਤੇ ਵਰਤ ਰੱਖਾਂਗੀ ਤਾਂ ਮੈਨੂੰ ਚੱਕਰ ਆਉਣ ਲੱਗਣਗੇ। ਮੇਰੇ ਤੋਂ ਅੱਜ ਕੋਈ ਕੰਮ ਧੰਦਾ ਨਹੀਂ ਹੋਣ ਵਾਲਾ। ਜਲਦੀ ਨਾਲ ਦਵਾਈ ਖਾ ਕੇ ਪੂਰਾ ਖਾਣਾ ਪੀਣਾ ਅੱਜ ਤੁਸੀਂ ਹੀ ਬਣਾਉਣਾ ਤੇ ਪੂਜਾ ਦੀ ਤਿਆਰੀ ਵੀ ਤੁਸੀਂ ਕਰਨੀ ਆ। ਬਹੂ ਦੀਆਂ ਗੱਲਾਂ ਸੁਣ ਕੇ ਸਰਜੀਤ ਜੀ ਪਰੇਸ਼ਾਨ ਹੋ ਗਈ। ਇੱਕ ਤਾਂ ਬਹੂ ਨੇ ਮੇਰੇ ਲਈ ਕੁਝ ਬਣਾਇਆ ਨਹੀਂ, ਉੱਪਰ ਤੋਂ ਘਰ ਦਾ ਸਾਰਾ ਕੰਮ ਕਰਨ ਨੂੰ ਕਹਿ ਦਿੱਤਾ। ਹੁਣ ਬਹੂ ਦੀ ਗੱਲ ਟਾਲ ਵੀ ਨਹੀਂ ਸਕਦੀ ਸੀ, ਨਹੀਂ ਤਾਂ ਬੇਟੇ ਨੂੰ ਇੱਕ ਦੀਆਂ 4 ਲਗਾ ਦਿੰਦੀ ਤੇ ਘਰ ਵਿੱਚ ਬੈਠੇ ਬਿਠਾਏ ਕਲੇਸ਼ ਹੋ ਜਾਵੇਗਾ। ਆਪਣੇ ਵਰਤ ਦਾ ਫਾਇਦਾ ਚੁੱਕ ਕੇ ਮੈਨੂੰ ਹੀ ਬੁਰਾ ਬਣਾ ਦੇਵੇਗੀ। ਰਸੋਈ 'ਚ ਰੱਖੇ ਡੱਬੇ ਨੂੰ ਖੋਲ੍ਹਦੇ ਹੋਏ ਸਰਜੀਤ ਜੀ ਦੇਖਦੀ ਆ ਕਿ ਕੁਝ ਖਾਣ ਨੂੰ ਮਿਲ ਜਾਵੇ, ਪਰ ਉਹਨਾਂ ਨੂੰ ਖਾਣ ਲਈ ਨਮਕੀਨ ਬਿਸਕੁਟ ਵੀ ਨਹੀਂ ਮਿਲੇ। ਬਹੂ ਨਮਕੀਨ ਬਿਸਕੁਟ ਚੁੱਕ ਕੇ ਆਪਣੇ ਕਮਰੇ 'ਚ ਰੱਖ ਲੈਂਦੀ ਆ ਤੇ ਇੱਕ ਡੱਬੇ 'ਚ ਥੋੜ੍ਹਾ ਜਿਹਾ ਦਲੀਆ ਮਿਲ ਗਿਆ, ਜਿਸ ਨੂੰ ਭੁੰਨ ਕੇ ਉਹ ਆਪਣੇ ਲਈ ਬਣਾ ਲੈਂਦੀ ਆ। ਦੁੱਧ ਵਾਲਾ ਦਲੀਆ ਖਾਣ ਤੋਂ ਬਾਅਦ ਦਵਾਈ ਖਾਂਦੀ ਆ। ਦਰਅਸਲ ਪਿਛਲੇ 4 ਦਿਨਾਂ ਤੋਂ ਸਰਜੀਤ ਜੀ ਨੂੰ ਬਹੁਤ ਤੇਜ਼ ਬੁਖਾਰ ਸੀ ਤੇ ਨਾਲ ਹੀ ਖੰਘ ਜ਼ੁਕਾਮ ਸੀ। ਬਹੂ ਬੇਟੇ ਨੂੰ ਡਾਕਟਰ ਨੂੰ ਦਿਖਾਉਣ ਲਈ ਕਹਿੰਦੀ ਆ ਤਾਂ ਬਹੂ ਨੇ ਫਟਾਫਟ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਸੀ ਕਿ ਇਹ ਤਾਂ ਮੌਸਮੀ ਸਰਦੀ ਬੁਖਾਰ ਆ, ਡਾਕਟਰ ਦੇ ਕੋਲ ਦਿਖਾਉਣ ਦੀ ਕੀ ਜ਼ਰੂਰਤ ਆ, ਆਪਣੇ ਆਪ ਠੀਕ ਹੋ ਜਾਵੇਗਾ ਤੇ ਦਵਾਈ ਖਾ ਕੇ ਆਪਣਾ ਬੁਖਾਰ ਵਿਗਾੜ ਲਵੋਗੇ। ਘਰ ਪਈ
ਦਵਾਈ ਨਾਲ ਹੀ ਠੀਕ ਕਰ ਲਓ। ਪਰ ਬੇਟਾ ਆਫਿਸ ਤੋਂ ਆਉਂਦੇ ਵਕਤ ਮੇਰੇ ਲਈ ਬੁਖਾਰ ਦੀ ਦਵਾਈ ਲੈ ਕੇ ਆ ਗਿਆ, ਜਿਸ ਨੂੰ ਮੈਂ ਖਾ ਲਿਆ, ਨਹੀਂ ਤਾਂ ਹੱਥ ਪੈਰਾਂ 'ਚ ਬੜਾ ਹੀ ਦਰਦ ਹੁੰਦਾ ਸੀ। ਦਵਾਈ ਖਾ ਕੇ ਸਰਜੀਤ ਜੀ ਥੋੜ੍ਹੀ ਦੇਰ ਦੇ ਲਈ ਆਪਣੇ ਕਮਰੇ ਵਿੱਚ ਆਰਾਮ ਕਰਨ ਦੇ ਲਈ ਚਲੇ ਜਾਂਦੇ ਆ ਅਤੇ ਦੁਪਹਿਰ ਦੇ 12 ਵਜੇ ਬਹੂ ਕਹਿਣ ਲੱਗਦੀ ਆ ਕਿ ਮਾਂ ਜੀ ਹੁਣ ਉੱਠ ਵੀ ਜਾਓ, ਦਵਾਈ ਦਾ ਅਸਰ ਹੋ ਗਿਆ ਹੋਵੇਗਾ, ਹੁਣ ਤੁਹਾਡਾ ਬੁਖਾਰ ਵੀ ਠੀਕ ਲੱਗ ਰਿਹਾ। ਘਰ ਦੀ ਸਾਫ਼ ਸਫਾਈ ਕਰੋ, ਉਸ ਦੇ ਬਾਅਦ ਸ਼ਾਮ ਨੂੰ ਖਾਣੇ ਦੀ ਤਿਆਰੀ ਕਰੋ। ਮੇਰਾ ਅੱਜ ਕਰਵਾ ਚੌਥ ਦਾ ਵਰਤ ਆ, ਪੂਰਾ ਦਿਨ ਬਿਨਾਂ ਅੰਨ ਪਾਣੀ ਦੇ ਰਹੂੰਗੀ ਤਾਂ ਇੰਨਾ ਸਾਰਾ ਕੰਮ ਨਹੀਂ ਕਰ ਪਾਊਂਗੀ। ਹੁਣ ਤੁਸੀਂ ਪੂਰੇ ਘਰ ਨੂੰ ਸੰਭਾਲੋ। ਸੁਬਾਹ ਵੀ ਮੈਂ ਤੁਹਾਨੂੰ ਕਹਿ ਦਿੱਤਾ ਸੀ, ਦੁਬਾਰਾ ਤੋਂ ਫੇਰ ਕਹਿ ਰਹੀ ਹਾਂ, ਮੇਰੇ ਤੋਂ ਕੋਈ ਕੰਮ ਦੀ ਉਮੀਦ ਨਾ ਰੱਖਿਓ। ਮੈਂ 1 ਘੰਟਾ ਕਰਕੇ ਸਮਾਂ ਕੱਟ ਰਹੀ ਹਾਂ। ਭੁੱਖਾ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ। ਤਾਂ ਸਰਜੀਤ ਜੀ ਕਹਿੰਦੀ ਹੈ ਕਿ ਹਾਂ ਬਹੂ, ਇਹ ਗੱਲ ਤਾਂ ਸਹੀ ਆ, ਭੁੱਖਾ ਰਹਿਣਾ ਬਹੁਤ ਮੁਸ਼ਕਿਲ ਹੁੰਦਾ। ਅੱਜ ਸੁਬਾਹ ਹੀ ਤੂੰ ਮੈਨੂੰ ਨਾਸ਼ਤਾ ਨਹੀਂ ਦਿੱਤਾ। ਨਾਸ਼ਤਾ ਕਰਦੇ ਕਰਦੇ 10 ਵੱਜ ਗਏ। ਸੱਚਮੁੱਚ ਪੇਟ 'ਚ ਬੜੀ ਜਲਨ ਹੁੰਦੀ ਸੀ। ਸਰਜੀਤ ਜੀ ਦੇ ਇਹ ਕਹਿੰਦੇ ਹੀ ਬਹੂ ਦਾ ਮੂੰਹ ਬਣ ਗਿਆ ਅਤੇ ਬੜਬੜਾਉਂਦੀ ਹੋਈ ਆਪਣੇ ਕਮਰੇ 'ਚ ਚਲੀ ਗਈ ਅਤੇ ਕਹਿੰਦੀ ਆ ਕਿ ਹਾਂ, ਇੱਕ ਦਿਨ ਰੋਟੀ ਲੇਟ ਕੀ ਹੋ ਜਾਵੇ ਤਾਂ ਮੈਨੂੰ ਕਿੰਨਾ ਕੁਝ ਸੁਣਾਉਂਦੇ ਹੋ। ਕੁਝ ਕਰਦੇ ਧਰਦੇ ਤਾਂ ਹੈ ਨਹੀਂ, ਘਰ 'ਚ ਕਿੰਨੇ ਸਾਰੇ ਖਰਚੇ ਹੁੰਦੇ ਆ, ਬਸ ਬੈਠੇ ਖਾਂਦੇ ਰਹਿੰਦੇ ਹੋ ਅਤੇ ਆਪਣਾ ਵਜ਼ਨ ਵਧਾਉਂਦੇ ਹੋ। ਹੁਣ ਤਾਂ ਬੱਚਾ ਵੀ ਸਕੂਲ ਜਾਣ ਲੱਗਿਆ, ਉਸ ਦੀ ਵੀ ਫੀਸ ਭਰਨੀ ਹੁੰਦੀ ਆ। ਕੁਝ ਕਰਨ ਦੀ ਨਾ ਧਰਨ ਦੀ, ਬਸ ਦੋਨੋਂ ਟਾਈਮ ਖਾਣ ਦੇ ਲਈ ਚਾਹੀਦਾ। ਖਾਣਾ ਕਰਦੀ ਰਹਿੰਦੀ ਆ, ਪੈਸੇ ਦਰਖਤਾਂ ਨੂੰ ਨਹੀਂ ਲੱਗਦੇ। ਬਹੂ ਇਹ ਸਭ ਗੱਲਾਂ ਇੱਕੋ ਸਾਹ 'ਚ ਕਹਿ ਦਿੰਦੀ ਆ ਤਾਂ ਸਰਜੀਤ ਜੀ ਦੀ ਗੱਲ ਦਾ ਬਹੂ ਨੇ ਪਤੰਗੜ ਬਣਾ ਦਿੱਤਾ ਅਤੇ ਇੰਨਾ ਸਾਰਾ ਕੁਝ ਸੁਣਾ ਦਿੱਤਾ ਜਿਸ ਦੀ ਸਰਜੀਤ ਜੀ ਨੇ ਉਮੀਦ ਵੀ ਨਹੀਂ ਕੀਤੀ ਸੀ। ਸਰਜੀਤ ਜੀ ਬੜੀ ਮੁਸ਼ਕਲ ਨਾਲ ਰਸੋਈ ਵਿੱਚ ਗਈ ਅਤੇ ਹੌਲੀ ਹੌਲੀ ਖਾਣ ਪੀਣ ਦਾ ਸਾਰਾ ਸਮਾਨ ਬਣਾਉਣ ਲੱਗੀ। ਸ਼ਾਮ ਦੇ 4 ਵਜੇ ਜਦੋਂ ਉਹ ਖਾਣਾ ਬਣਾ ਕੇ ਵਿਹਲੀ ਹੋਈ ਤਾਂ ਪੋਤਾ ਵੀ ਟਿਊਸ਼ਨ ਤੋਂ ਆ ਗਿਆ ਅਤੇ ਕਹਿਣ ਲੱਗਿਆ, ਮਾਂ ਮੈਨੂੰ ਭੁੱਖ ਲੱਗ ਰਹੀ ਆ, ਖਾਣਾ ਦੇ ਦੇ। ਅਨਮੋਲ, ਅੱਜ ਦਾ ਖਾਣਾ ਤੈਨੂੰ ਹੁਣ ਨਹੀਂ ਮਿਲੇਗਾ, ਪਹਿਲਾਂ ਉਸ ਦਾ ਭੋਗ ਲੱਗੇਗਾ। ਜਾਓ ਆਪਣੀ ਦਾਦੀ ਨੂੰ ਕਹਿ ਦਿਓ ਕਿ ਤੇਰੇ ਲਈ ਖਾਣ ਦੇ ਲਈ ਕੁਝ ਚੰਗਾ ਜਿਹਾ ਬਣਾ ਦੇਵੇਗੀ। ਸਰਜੀਤ ਜੀ ਕੰਮ ਤੋਂ ਵਿਹਲੀ ਹੋ ਕੇ ਆਪਣੇ ਕਮਰੇ ਵਿੱਚ ਆ ਕੇ ਬੈਠੀ ਹੀ ਹੁੰਦੀ ਆ ਕਿ ਅਨਮੋਲ ਆ ਜਾਂਦਾ ਕਿ ਦਾਦੀ ਮੇਰੇ ਲਈ ਕੁਝ ਖਾਣ ਨੂੰ ਵਧੀਆ ਜਿਹਾ ਬਣਾ ਦਿਓ। ਮੰਮੀ ਕਹਿ ਰਹੀ ਆ ਕਿ ਅੱਜ ਉਹਨਾਂ ਦਾ ਵਰਤ ਆ, ਉਹ ਪੂਰੇ ਦਿਨ ਦੀ ਭੁੱਖੀ ਆ, ਇਸ ਲਈ ਕੁਝ ਨਹੀਂ ਬਣਾਵੇਗੀ। ਅਨਮੋਲ ਦੀ ਗੱਲ ਸੁਣ ਕੇ ਸਰਜੀਤ ਜੀ ਉੱਠਦੀ ਆ ਅਤੇ ਕਹਿੰਦੀ ਆ ਕਿ ਆ ਬੇਟਾ, ਚੱਲ ਤੇਰੇ ਲਈ ਸੇਵੀਆਂ ਬਣਾ ਦਿੰਨੀ ਆ, ਕਿਉਂਕਿ ਸੁਬਾਹ ਦਾ ਮੈਂ ਵੀ ਦਲੀਆ ਹੀ ਖਾਧਾ। ਉਸ ਦੇ ਬਾਅਦ ਖਾਣਾ ਬਣਾਉਣ 'ਚ ਬਿਜ਼ੀ ਹੋ ਗਈ। ਹੁਣ ਜਦੋਂ ਪੂਜਾ ਨਹੀਂ ਹੋਵੇਗੀ ਉਦੋਂ ਤੱਕ ਆਪਾਂ ਖਾਣਾ ਨਹੀਂ ਖਾ ਸਕਾਂਗੇ, ਤਾਂ ਤੇਰੇ ਨਾਲ ਹੀ ਮੈਂ ਵੀ ਥੋੜ੍ਹੀਆਂ ਸੇਵੀਆਂ ਖਾ ਕੇ ਦੇਖ ਲਊਂਗੀ। ਥੋੜ੍ਹੀ ਦੇਰ ਵਿੱਚ ਦਾਦੀ ਪੋਤਾ ਦੋਨੋਂ ਹੀ ਸੇਵੀਆਂ ਬਣਾ ਕੇ ਕਮਰੇ ਵਿੱਚ ਬੈਠ ਕੇ ਖਾਣ ਲੱਗਦੇ ਆ ਤਾਂ ਸਰਜੀਤ ਜੀ ਕਹਿੰਦੀ ਆ ਕਿ ਸੱਚਮੁੱਚ ਅਨਮੋਲ, ਸੇਵੀਆਂ ਤਾਂ ਬੜੀਆਂ ਹੀ ਵਧੀਆ ਬਣੀਆਂ ਅਤੇ ਝੱਟ ਨਾਲ ਬਣ ਜਾਂਦੀਆਂ। ਤਾਂ ਉਦੋਂ ਹੀ ਕਮਰੇ ਵਿੱਚੋਂ ਬਹੂ ਬਾਹਰ ਨਿਕਲਦੀ ਆ ਅਤੇ ਸੱਸ ਨੂੰ ਸੇਵੀਆਂ ਖਾਂਦੇ ਦੇਖ ਕੇ ਰੌਲਾ ਪਾਉਣ ਲੱਗਦੀ ਆ, ਇਹ ਕੀ ਮਾਂ ਜੀ, ਤੁਸੀਂ ਤਾਂ ਬੱਚੇ ਦੇ ਨਾਲ ਹੀ ਬੱਚੇ ਬਣ ਜਾਂਦੇ ਹੋ, ਤੁਹਾਨੂੰ ਸੇਵੀਆਂ ਖਾਣ ਦੀ ਕੀ ਜ਼ਰੂਰਤ ਸੀ, ਸੇਵੀਆਂ ਤਾਂ ਬੱਚੇ ਲਈ ਬਣਾਈਆਂ ਸੀ, ਤੁਸੀਂ ਕਿਉਂ ਖਾ ਰਹੇ ਹੋ। ਤਾਂ ਸਰਜੀਤ ਜੀ ਕਹਿੰਦੀ ਆ ਕਿ ਬੇਟਾ ਭੁੱਖ ਲੱਗ ਗਈ ਸੀ, ਇਸ ਲਈ ਖਾ ਲਈਆਂ। ਜੇ ਇੰਨੀ ਭੁੱਖ ਲੱਗ ਰਹੀ ਸੀ ਤਾਂ ਰਸੋਈ ਵਿੱਚ ਕੱਲ੍ਹ ਦੇ ਬਚੇ ਹੋਏ ਚੌਲ ਪਏ ਸੀ, ਉਹ ਖਾ ਲੈਂਦੀ। ਸੇਵੀਆਂ ਖਾਣ ਦੀ ਕੀ ਜ਼ਰੂਰਤ ਸੀ, ਇਹਨਾਂ ਵਿੱਚ ਕਿੰਨਾ ਦੁੱਧ ਪੈਂਦਾ, ਕਿੰਨੀ ਖੰਡ ਪੈਂਦੀ ਆ। ਤਾਂ ਸਰਜੀਤ ਜੀ ਕਹਿੰਦੀ ਹੈ ਕਿ ਬਹੂ ਦੱਸਿਆ ਹੀ ਨਹੀਂ ਚੌਲ ਪਏ ਸੀ, ਵੈਸੇ ਵੀ ਸਿਹਤ ਖਰਾਬ ਆ, ਠੰਡੇ ਚੌਲ ਖਾਂਦੀ ਤਾਂ ਹੋਰ ਵੀ ਜ਼ਿਆਦਾ ਬਿਮਾਰ ਹੋ ਜਾਂਦੀ, ਕਿਉਂਕਿ ਖੰਘ ਵਿੱਚ ਚੌਲ ਨਹੀਂ ਖਾਈਦੇ। ਸਰਜੀਤ ਜੀ ਦੀ ਤਬੀਅਤ ਪਹਿਲਾਂ ਤੋਂ ਹੀ ਠੀਕ ਨਹੀਂ ਸੀ। 4 ਦਿਨ ਹੀ ਲੰਘੇ ਸੀ ਕਿ ਬਹੂ ਸਰਜੀਤ ਜੀ ਨੂੰ ਕਹਿੰਦੀ ਆ ਕਿ ਮਾਂ ਜੀ, ਸਾਰੇ ਘਰ ਦੀ ਸਾਫ਼ ਸਫਾਈ ਅਤੇ ਜਾਲੇ ਵਗੈਰਾ ਤੁਸੀਂ ਲਾਉਣੇ ਆ। ਤਾਂ ਸਰਜੀਤ ਜੀ ਕਹਿੰਦੀ ਆ ਕਿ ਬਹੂ, ਮੇਰੇ ਤੋਂ ਘਰ 'ਚ ਇੰਨੇ ਸਾਰੇ ਕੰਮ ਨਹੀਂ ਹੋਣਗੇ, ਇੱਕ ਕੰਮ ਕਰ, ਤੂੰ ਸਫਾਈ ਕਰ ਲਾ, ਮੈਂ ਘਰ ਦਾ ਖਾਣਾ ਬਣਾ ਲੈਂਦੀ ਆ। ਮੇਰੇ ਤੋਂ ਪੱਖੇ ਵਗੈਰਾ ਸਾਫ਼ ਨਹੀਂ ਕੀਤੇ ਜਾਣੇ, ਬੁਢਾਪੇ 'ਚ ਕੁਝ ਟੁੱਟ ਜਾਵੇਗਾ। ਕੁਝ ਨਹੀਂ ਹੋਵੇਗਾ ਤੁਹਾਨੂੰ, ਜਾਓ ਚੁੱਪਚਾਪ ਪੂਰੇ ਘਰ ਦੀ ਸਫਾਈ ਕਰੋ। ਘਰ ਵਿੱਚ ਹੱਥ 'ਤੇ ਹੱਥ ਧਰ ਕੇ ਬੈਠੇ ਰਹਿੰਦੇ ਹੋ, ਕੁਝ ਕੰਮ ਧੰਦਾ ਕਰ ਲਿਆ ਕਰੋ। ਕਿੰਨੀ ਮੁਸ਼ਕਲ ਨਾਲ ਤੁਹਾਡਾ ਬੇਟਾ ਪੈਸੇ ਕਮਾ ਕੇ ਲਿਆਉਂਦਾ ਅਤੇ ਇੰਨੇ ਸਾਰੇ ਘਰ ਵਿੱਚ ਖਰਚੇ ਹੋ ਜਾਂਦੇ ਆ। ਮੇਰੇ ਪੇਕਿਆਂ ਤੋਂ ਮੰਮੀ ਪਾਪਾ ਭਰਾ ਭਾਬੀ ਦੇ ਲਈ ਇੰਨੀ ਸਾਰੀ ਪ੍ਰਾਪਰਟੀ ਬਣਾ ਕੇ ਦੇ ਰਹੇ ਆ ਕਿ ਉਹ ਪੂਰੀ ਜ਼ਿੰਦਗੀ ਕੁਝ ਨਾ ਕਮਾਉਣ ਤਾਂ ਵੀ ਬੈਠ ਕੇ ਖਾ ਲੈਣ, ਪਰ ਇੱਕ ਤੁਸੀਂ ਹੋ ਕਿ ਜੋ ਆਪਣੇ ਬੇਟੇ ਦੇ ਲਈ ਕੁਝ ਵੀ ਜੋੜ ਕੇ ਨਹੀਂ ਰੱਖਿਆ ਅਤੇ ਉਸ ਦੇ ਉੱਪਰ ਬੋਝ ਬਣ ਕੇ ਬੈਠੇ ਹੋ। ਥੋੜ੍ਹਾ ਜਿਹਾ ਕੰਮ ਧੰਦਾ ਕਰ ਦਿਓ, ਕਹਿ ਦਈਏ ਤਾਂ ਤੁਹਾਨੂੰ ਦਿੱਕਤ ਹੁੰਦੀ ਆ। ਅਸੀਂ ਤੁਹਾਡੇ ਇੰਨੇ ਖਰਚੇ ਚਲਾਉਣੇ ਆ ਤਾਂ ਤੁਹਾਨੂੰ ਸਾਡੇ ਹਿਸਾਬ ਨਾਲ ਹੀ ਘਰ 'ਚ ਰਹਿਣਾ ਪਵੇਗਾ ਅਤੇ ਸਾਡੇ ਹਿਸਾਬ ਨਾਲ ਹੀ ਘਰ ਦੇ ਕੰਮ ਧੰਦੇ ਕਰਨੇ ਪੈਣਗੇ।
ਕਿਸੇ ਕੰਮ ਦੇ ਲਈ ਤੁਸੀਂ ਮਨਾ ਨਹੀਂ ਕਰ ਸਕਦੇ। ਅਤੇ ਹੋਰ ਮੇਰੇ ਚਾਚੇ ਦੀ ਕੁੜੀ ਦੇ ਸੱਸ ਸਹੁਰੇ ਦੇ ਕੋਲ ਵੀ ਇੰਨੀ ਪ੍ਰੋਪਰਟੀ ਆ ਕਿ ਸਭ ਕੁਝ ਮੇਰੀ ਭੈਣ ਦੇ ਕੋਲ ਹੀ ਆ। ਕਿਸੇ ਚੀਜ਼ ਦੀ ਕਮੀ ਨਹੀਂ ਉਹਦੇ ਕੋਲ। ਇੰਨਾ ਵੱਡਾ ਬਿਜ਼ਨਸ ਆ ਉਸ ਦੇ ਸਹੁਰੇ ਦਾ ਕਿ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ। ਬਿਜ਼ਨਸ ਵਿੱਚ ਵੀ ਇੰਨਾ ਕੁਝ ਹੋ ਜਾਂਦਾ ਕਿ ਆਰਾਮ ਨਾਲ ਬੈਠ ਕੇ ਰਾਜ ਕਰ ਰਹੀ ਆ। ਪਰ ਅਸੀਂ ਇੱਧਰ ਤੁਹਾਡੇ ਖਰਚੇ ਚੁੱਕ ਰਹੇ ਹਾਂ। ਬਹੂ ਦੀਆਂ ਗੱਲਾਂ ਸੁਣ ਕੇ ਸਰਜੀਤ ਜੀ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਅਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗਦੀ ਆ ਕਿ ਅਸੀਂ ਕੀ ਛੱਡ ਦਿੰਦੇ ਆਪਣੇ ਬੇਟੇ ਦੇ ਲਈ। ਅੱਜ ਸਾਡਾ ਬੇਟਾ ਨੌਕਰੀ ਕਰ ਰਿਹਾ ਤਾਂ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਆ। ਸਾਡੇ ਕੋਲ ਤਾਂ ਇੰਨਾ ਕੁਝ ਸੀ ਹੀ ਨਹੀਂ ਕਿ ਅਸੀਂ ਬੇਟੇ ਬਹੂ ਦੇ ਲਈ ਜੋੜ ਕੇ ਰੱਖ ਪਾਉਂਦੇ। ਮੇਰੇ ਪਤੀ ਦਿਹਾੜੀ ਮਜ਼ਦੂਰੀ ਕਰਦੇ ਸੀ ਅਤੇ ਮੈਂ ਦੂਜਿਆਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਕਿਵੇਂ ਮੁਸ਼ਕਲ ਨਾਲ ਮੈਂ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਉਹਨਾਂ ਨੂੰ ਪੜ੍ਹਾਇਆ ਲਿਖਾਇਆ। ਆਪਣੇ ਬੇਟੇ ਨੂੰ ਨੌਕਰੀ ਕਰਦੇ ਹੋਏ ਦੇਖਣਾ ਹੀ ਮੇਰੀ ਜ਼ਿੰਦਗੀ ਦਾ ਇੱਕਮਾਤਰ ਮਕਸਦ ਸੀ, ਜਿਸ ਦੇ ਲਈ ਅਸੀਂ ਦੋਨੋਂ ਪਤੀ ਪਤਨੀ ਨੇ ਜੀ ਜਾਨ ਲਗਾ ਦਿੱਤੀ। ਅਤੇ ਆਖਰਕਾਰ ਉਹ ਦਿਨ ਵੀ ਆ ਗਿਆ ਜਦੋਂ ਮੇਰੇ ਬੇਟੇ ਦੀ ਨੌਕਰੀ ਲੱਗੀ। ਉਸੇ ਦਿਨ ਅਸੀਂ ਦੋਨਾਂ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ। ਅਸੀਂ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ ਕਿ ਚਲੋ ਹੁਣ ਸਾਡੇ ਵੀ ਦਿਨ ਸੁਧਰ ਜਾਣਗੇ। ਮੈਨੂੰ ਦੂਜਿਆਂ ਦੇ ਘਰਾਂ 'ਚ ਕੰਮ ਨਹੀਂ ਕਰਨਾ ਪਵੇਗਾ ਅਤੇ ਮੇਰੇ ਪਤੀ ਨੂੰ ਹੁਣ ਦਿਹਾੜੀ ਮਜ਼ਦੂਰੀ ਨਹੀਂ ਕਰਨੀ ਪਵੇਗੀ, ਕਿਉਂਕਿ ਉਹਨਾਂ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ ਸੀ। ਪਰ ਬੇਟੇ ਦੀ ਫੀਸ ਭਰਨ ਦੇ ਲਈ ਉਹ ਮਜ਼ਦੂਰੀ ਕਰਨ ਦੇ ਲਈ ਕਹਿੰਦੇ ਰਹਿੰਦੇ ਸੀ। ਬੇਟੇ ਦੀ ਨੌਕਰੀ ਲੱਗਣ ਦੇ 6 ਮਹੀਨੇ ਬਾਅਦ ਹੀ ਉਹ ਸਾਨੂੰ ਕਹਿੰਦੇ ਆ ਕਿ ਉਸ ਨੂੰ ਇੱਕ ਕੁੜੀ ਪਸੰਦ ਆ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦਾ। ਮੈਂ ਬੇਟੇ ਦੀ ਖੁਸ਼ੀ ਦੇ ਅੱਗੇ ਹਾਰ ਗਈ ਅਤੇ ਉਸ ਦਾ ਵਿਆਹ ਕੋਮਲ ਨਾਲ ਕਰ ਦਿੱਤਾ। ਕੋਮਲ ਮੇਰੇ ਘਰ ਦੀ ਬਹੂ ਬਣ ਕੇ ਆ ਗਈ। ਬਹੂ ਦੇ ਆਉਣ ਉੱਤੇ ਮੇਰੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਸੀ, ਕਿਉਂਕਿ ਮੈਂ ਬਹੁਤ ਖੁਸ਼ ਸੀ ਕਿ ਅੱਜ ਚਲੋ ਸਾਡੇ 2 ਕਮਰਿਆਂ ਦਾ ਪੱਕਾ ਘਰ ਹੋ ਗਿਆ। ਕਿਰਾਏ ਦੇ ਛੋਟੇ ਕਮਰੇ ਵਿੱਚ ਅਸੀਂ 1-2 ਕਮਰਿਆਂ ਦਾ ਪੱਕਾ ਘਰ ਲੈ ਲਿਆ। ਮੇਰੇ ਲਈ ਤਾਂ ਉਹ 2 ਕਮਰਿਆਂ ਦਾ ਪੱਕਾ ਘਰ ਹੀ ਕਿਸੇ ਮਹਿਲ ਤੋਂ ਘੱਟ ਨਹੀਂ ਸੀ। ਬੇਟੇ ਨੇ ਆਪਣੀ ਪਸੰਦ ਨਾਲ ਵਿਆਹ ਕਰ ਲਿਆ, ਪਰ ਬਹੂ ਵੱਡੇ ਘਰ ਦੀ ਆ ਗਈ, ਜਿਹਨੇ ਆਉਂਦੇ ਹੀ ਮੈਨੂੰ ਤਾਨੇ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ। ਕਿਹੋ ਜਿਹੇ ਬੇਘਰ ਘਰ ਵਿੱਚ ਆ ਗਈਆਂ, ਕਿਹੋ ਜਿਹੇ ਇੱਥੇ ਲੋਕ ਰਹਿੰਦੇ ਆ। ਮੈਨੂੰ ਤਾਂ ਇਸ ਘਰ ਵਿੱਚ ਐਡਜਸਟ ਕਰਨ 'ਚ ਦਿੱਕਤ ਹੋ ਰਹੀ ਆ। ਛੋਟੀਆਂ ਗੱਲਾਂ ਉੱਤੇ ਬਹੂ ਤਾਨੇ ਮਾਰਦੀ। ਘਰ ਵਿੱਚ ਕੁਝ ਸੁੱਖ ਸੁਵਿਧਾਵਾਂ ਦੀ ਚੀਜ਼ ਹੀ ਨਹੀਂ, ਜਿਸ ਦੀ ਵਜ੍ਹਾ ਨਾਲ ਬਹੂ ਮੈਨੂੰ ਬਹੁਤ ਸੁਣਾਉਂਦੀ। ਅਸੀਂ ਬਹੂ ਦੇ ਨਾਲ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇੱਕ ਦਿਨ ਮੇਰੇ ਪਤੀ ਇਸ ਦੁਨੀਆ ਨੂੰ ਛੱਡ ਕੇ ਹੀ ਚਲੇ ਗਏ। ਪਤੀ ਦੇ ਜਾਣ ਦੇ ਬਾਅਦ ਹੀ ਬਹੂ ਨੇ ਮੇਰੇ ਉੱਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਰੇ ਕੰਮ ਮੇਰੇ ਤੋਂ ਕਰਵਾਉਣ ਲੱਗੀ। ਝਾੜੂ ਪੋਚਾ ਬਰਤਨ, ਇੱਥੋਂ ਤੱਕ ਕਿ ਤਿਉਹਾਰ ਉੱਤੇ ਸਾਰਾ ਖਾਣਾ ਖੂਣਾ ਵੀ ਮੈਂ ਹੀ ਬਣਾਉਂਦੀ। ਜੇ ਬੇਟੇ ਨੂੰ ਕਦੇ ਕੁਝ ਕਹਿੰਦੀ ਤਾਂ ਬੇਟੇ ਦੇ ਆਫਿਸ ਜਾਣ ਦੇ ਬਾਅਦ ਬਹੂ ਮੈਨੂੰ ਤੰਗ ਕਰਦੀ, ਘਰ 'ਚੋਂ ਕੱਢ ਦੇਣ ਦੀਆਂ ਧਮਕੀਆਂ ਦਿੰਦੀ। ਕਦੇ ਤਾਂ ਮੈਨੂੰ ਕਮਰੇ 'ਚ ਹੀ ਬੰਦ ਕਰ ਦਿੰਦੀ ਅਤੇ ਪੂਰਾ ਦਿਨ ਖਾਣ ਨੂੰ ਕੁਝ ਨਾ ਦਿੰਦੀ। ਬਹੂ ਦੇ ਡਰ ਦੀ ਵਜ੍ਹਾ ਨਾਲ ਮੈਂ ਆਪਣੇ ਬੇਟੇ ਨੂੰ ਕੁਝ ਨਹੀਂ ਕਹਿ ਪਾਉਂਦੀ ਸੀ। ਬਹੂ ਬੇਟੇ ਤੋਂ ਇਲਾਵਾ ਮੇਰਾ ਕੋਈ ਦੂਜਾ ਸਹਾਰਾ ਨਹੀਂ ਸੀ ਜਿੱਥੇ ਮੈਂ ਜਾ ਕੇ ਰਹਿ ਸਕਦੀ। ਇਸ ਲਈ ਚੁੱਪਚਾਪ ਬਹੂ ਦੀ ਗੱਲ ਮੰਨ ਲਈ। ਕਿਤੇ ਅਜਿਹਾ ਨਾ ਹੋਵੇ ਕਿ ਬਹੂ ਸੱਚੀ ਮੈਨੂੰ ਘਰ ਤੋਂ ਕੱਢ ਦੇਵੇ ਜਾਂ ਕਿਤੇ ਛੱਡ ਆਵੇ। ਇਸ ਲਈ ਮੈਂ ਘਰ ਦੇ ਸਾਰੇ ਕੰਮ ਕਰਦੀ। ਹੁਣ ਤਾਂ ਮੇਰੀ ਉਮਰ ਵੀ ਇੰਨੀ ਨਹੀਂ ਰਹੀ ਕਿ ਜਲਦੀ ਸਾਰੇ ਕੰਮ ਕਰ ਲਵਾਂ। ਪਹਿਲਾਂ ਦੇ ਸਮੇਂ 'ਚ ਸਰੀਰ ਵਿੱਚ ਜਾਨ ਸੀ ਤਾਂ 4 ਘਰਾਂ ਵਿੱਚ ਕੰਮ ਵੀ ਕਰ ਲੈਂਦੀ ਸੀ। ਅੱਜ ਮੈਨੂੰ ਇੰਨੇ ਕੰਮ ਨਹੀਂ ਕਰ ਹੁੰਦੇ ਕਿ ਬਹੂ ਮੇਰੇ 'ਤੇ ਗੁੱਸਾ ਕਰਦੀ ਕਿ ਬੁੱਢਗੇ, ਪਹਿਲਾਂ ਤਾਂ ਤੂੰ ਦੂਜਿਆਂ ਦੇ ਘਰਾਂ 'ਚ ਝਾੜੂ ਪੋਚਾ ਬਰਤਨ ਦਾ ਕੰਮ ਕੀਤਾ ਅਤੇ ਮੇਰੇ ਘਰ 'ਚ ਤੈਨੂੰ ਇਹ ਸਭ ਕਰਨ 'ਤੇ ਮੌਤ ਪੈਂਦੀ ਆ। ਮੈਂ ਤੁਹਾਡੇ ਘਰ ਵਿੱਚ ਝਾੜੂ ਪੋਚਾ ਬਰਤਨ ਨਹੀਂ ਕਰਨ ਵਾਲੀ। ਜੇ ਮੇਰੇ ਘਰ 'ਚ ਰਹਿਣਾ ਏ ਤਾਂ ਇਹ ਸਭ ਕਰਨਾ ਹੀ ਪਵੇਗਾ। ਮੈਂ ਵਿਹਲੇ ਬਿਠਾ ਕੇ ਕਿਸੇ ਨੂੰ ਨਹੀਂ ਖਵਾਉਣ ਵਾਲੀ। ਉਦੋਂ ਹੀ ਬਹੂ ਦੀ ਫਿਰ ਤੋਂ ਆਵਾਜ਼ ਆਉਂਦੀ ਆ ਕਿ ਮੰਮੀ ਬੈਠੀ ਕਮਰੇ ਵਿੱਚ ਕੀ ਸੋਚ ਰਹੀ ਆ, ਇਹ ਫੜ ਝਾੜੂ ਅਤੇ ਪੂਰੇ ਘਰ ਦੀ ਸਾਫ਼ ਸਫਾਈ ਕਰਦੀ। ਫਿਰ ਸਰਜੀਤ ਜੀ ਝਾੜੂ ਲੈ ਕੇ ਘਰ ਦੀ ਸਾਫ਼ ਸਫਾਈ ਕਰਨ ਲੱਗਦੀ ਆ। ਜਾਲੀ ਅਤੇ ਪੱਖੇ ਸਾਫ਼ ਕਰ ਦਿੱਤੇ, ਪਰ ਇੰਨਾ ਸਾਰਾ ਕੰਮ ਕਰਦੇ ਉਹਨਾਂ ਦੇ ਪੈਰ ਦੇ ਵਿੱਚ ਮੋਚ ਆ ਗਈ, ਜਿਸ ਦੀ ਵਜ੍ਹਾ ਨਾਲ ਪੈਰ ਬਹੁਤ ਜ਼ਿਆਦਾ ਸੁੱਜ ਗਿਆ। ਪਰ ਬਹੂ ਨੂੰ ਇਸ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਸੀ। ਘਰ ਵਿੱਚ ਸਰਜੀਤ ਜੀ ਬੜਾ ਹੀ ਨਿਰਾਸ਼ ਮਹਿਸੂਸ ਕਰ ਰਹੀ ਸੀ। ਅਜਿਹਾ ਲੱਗ ਰਿਹਾ ਸੀ ਕਿ ਕਿਸੇ ਨੇ ਉਹਨਾਂ ਨੂੰ ਮਜ਼ਦੂਰ ਬਣਾ ਲਿਆ ਅਤੇ ਆਪਣੇ ਹੀ ਘਰ ਵਿੱਚ ਉਹ ਇੱਕ ਕੰਮ ਵਾਲੀ ਬਣ ਕੇ ਰਹਿ ਗਈ। ਰਾਤ ਨੂੰ ਜਦੋਂ ਬੇਟਾ ਆਇਆ ਤਾਂ ਸਰਜੀਤ ਜੀ ਨੇ ਸੋਚ ਲਿਆ ਕਿ ਅੱਜ ਉਹ ਬੇਟੇ ਨੂੰ ਸਭ ਕੁਝ ਦੱਸ ਦੇਵੇਗੀ। ਕੁਝ ਵੀ ਹੋ ਜਾਵੇ, ਬੇਟੇ ਦੇ ਆਉਂਦੇ ਹੀ ਬਹੂ ਘਰ ਦੇ ਸਾਰੇ ਕੰਮ ਇਸ ਤਰ੍ਹਾਂ ਦਿਖਾ ਕੇ ਕਰਨ ਲੱਗਦੀ ਆ ਕਿ ਸਾਰੇ ਕੰਮ ਉਹੀ ਕਰਦੀ ਆ। ਮੈਂ ਤਾਂ ਪੂਰਾ ਦਿਨ ਬੈਠੀ ਰਹਿੰਦੀ ਆ। ਬੇਟੇ ਨੂੰ ਵੀ ਇੰਨਾ ਸਮਾਂ ਨਹੀਂ ਹੁੰਦਾ ਸੀ ਕਿ ਉਹ ਕਦੇ ਜਾਣ ਸਕਦਾ ਕਿ ਘਰ ਦੇ ਸਾਰੇ ਕੰਮ ਕੌਣ ਕਰਦਾ, ਕਿਉਂਕਿ ਬੇਟੇ ਦੇ ਆਉਣ ਦੇ ਬਾਅਦ
ਬਹੂ ਅੱਗੇ ਅੱਗੇ ਸਾਰੇ ਕੰਮ ਕਰਦੀ। ਅੱਜ ਮੈਂ ਆਪਣੇ ਬੇਟੇ ਨੂੰ ਸੱਚਾਈ ਦੱਸਣ ਲਈ ਸੋਚ ਲਿਆ ਸੀ। ਜਿਵੇਂ ਹੀ ਸ਼ਾਮ ਨੂੰ ਬੇਟਾ ਆਫਿਸ ਤੋਂ ਆਇਆ ਤਾਂ ਮੈਂ ਉਹਨਾਂ ਦੇ ਕੋਲ ਜਾ ਕੇ ਗੱਲ ਕਰਨ ਲੱਗੀ ਤੇ ਉਸ ਨੂੰ ਦੱਸਿਆ ਕਿ ਮੇਰੇ ਪੈਰ ਵਿੱਚ ਕੰਮ ਕਰਦੇ ਕਰਦੇ ਮੋਚ ਆ ਗਈ। ਮੇਰੇ ਪੈਰ 'ਤੇ ਦਵਾਈ ਲਾਉਂਦੇ ਹੋਏ ਬੇਟਾ ਕਹਿੰਦਾ ਕਿ ਮਾਂ, ਤੈਨੂੰ ਇੰਨਾ ਸਾਰਾ ਕੰਮ ਕਰਨ ਦੀ ਕੀ ਜ਼ਰੂਰਤ ਆ? ਹੁਣ ਤੂੰ ਘਰ 'ਚ ਇੰਨੇ ਸਾਰੇ ਕੰਮ ਨਾ ਕਰਿਆ ਕਰ। ਤਾਂ ਕੋਮਲ, ਤੈਨੂੰ ਮਾਂ ਦੇ ਘਰ ਦੇ ਇੰਨੇ ਕੰਮ ਕਰਵਾਉਣ ਦੀ ਕੀ ਜ਼ਰੂਰਤ ਸੀ? ਤਾਂ ਅੱਗੋਂ ਕੋਮਲ ਨੂੰ ਆਵਾਜ਼ ਦਿੰਦੇ ਹੋਏ ਪਵਨ ਕਹਿੰਦਾ। ਤਾਂ ਕੋਮਲ ਅੱਖਾਂ ਪਾੜਦੇ ਹੋਏ ਕਹਿੰਦੀ ਆ ਕਿ ਮਾਂ ਜੀ ਨੇ ਕੀ ਕੰਮ ਕੀਤਾ? ਕੁਝ ਵੀ ਤਾਂ ਨਹੀਂ ਕੀਤਾ। ਸਾਰਾ ਕੰਮ ਤਾਂ ਮੈਂ ਕੀਤਾ। ਦੇਖ ਲਓ, ਮੇਰੇ ਹੱਥ ਬਹੁਤ ਦਰਦ ਹੋ ਰਹੇ ਆ। ਪੂਰੇ ਘਰ ਦੀ ਸਾਫ਼ ਸਫਾਈ ਕਰਦੇ ਕਰਦੇ ਮੇਰੇ ਹੱਥ ਪੈਰ ਦੁਖੀ ਜਾਂਦੇ ਆ। ਮਾਂ ਜੀ ਝੂਠ ਬੋਲ ਰਹੀ ਆ। ਬਹੂ ਦੀਆਂ ਗੱਲਾਂ ਸੁਣ ਕੇ ਸਰਜੀਤ ਜੀ ਦਾ ਦੰਗ ਰਹਿ ਗਈ ਕਿ ਇੰਨੀ ਸਫਾਈ ਤੋਂ ਬਾਅਦ ਬਹੂ ਨੇ ਮੇਰੇ ਸਾਹਮਣੇ ਝੂਠ ਬੋਲ ਦਿੱਤਾ। ਤੇ ਤੈਨੂੰ ਲੱਗਦਾ ਕਿ ਪਵਨ, ਮੈਂ ਤੇਰੀ ਮਾਂ ਤੋਂ ਕੰਮ ਕਰਵਾਵਾਂਗੀ? ਮੈਂ ਮਾਂ ਜੀ ਤੋਂ ਕੋਈ ਕੰਮ ਨਹੀਂ ਕਰਵਾਉਂਦੀ। ਜਿੰਨਾ ਉਹਨਾਂ ਦਾ ਮਨ ਕਰਦਾ ਓਨਾ ਹੀ ਕਰਦੇ ਆ, ਬਲਕਿ ਆਪਣੇ ਕਮਰੇ 'ਚ ਆਰਾਮ ਕਰਦੇ ਆ। ਘਰ ਦੇ ਸਾਰੇ ਕੰਮ ਮੈਂ ਹੀ ਕਰਦੀ ਆ, ਚਿੜਦੀ ਹੋਈ ਕੋਮਲ ਨੇ ਕਿਹਾ। ਤਾਂ ਪਵਨ ਨੇ ਗੱਲ ਨੂੰ ਹਲਕੇ ਵਿੱਚ ਲੈਂਦੇ ਹੋਏ ਆਪਣੀ ਮਾਂ ਨੂੰ ਕਿਹਾ, ਮਾਂ, ਤੁਹਾਡੇ ਤੋਂ ਜਿੰਨਾ ਕੰਮ ਹੁੰਦਾ ਓਨਾ ਕਰਿਆ ਕਰੋ, ਨਹੀਂ ਹੁੰਦਾ ਤਾਂ ਆਰਾਮ ਨਾਲ ਬੈਠ ਜਾਓ ਤੇ ਹੁਣ ਤੁਸੀਂ ਸੌਂ ਜਾਓ। ਸਵੇਰੇ ਮੈਨੂੰ ਆਪਣੇ ਆਫਿਸ ਦੇ ਲਈ ਸ਼ਹਿਰ ਤੋਂ ਬਾਹਰ ਜਾਣਾ, ਪਰਸੋਂ ਸਵੇਰ ਤੱਕ ਵਾਪਸ ਆ ਜਾਊਂਗਾ। ਇੰਨਾ ਕਹਿ ਕੇ ਬੇਟਾ ਆਪਣੇ ਕਮਰੇ ਵਿੱਚ ਚਲਾ ਗਿਆ। ਪਰ ਇੱਧਰ ਸਰਜੀਤ ਜੀ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਕਿ ਘਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਬੜੀ ਘੁਟਨ ਮਹਿਸੂਸ ਹੋ ਰਹੀ ਸੀ। ਬੇਟੇ ਨੂੰ ਵੀ ਕਿਹਾ ਤਾਂ ਬਹੂ ਨੇ ਇੰਨੀ ਸਫਾਈ ਨਾਲ ਸਾਹਮਣੇ ਝੂਠ ਬੋਲ ਕੇ ਇਹ ਸਾਬਤ ਕਰ ਦਿੱਤਾ ਕਿ ਸਾਰੇ ਕੰਮ ਉਹ ਖੁਦ ਕਰਦੀ ਆ। ਮੇਰੇ ਤੋਂ ਘਰ ਦੇ ਸਾਰੇ ਕੰਮ ਕਰਵਾਉਂਦੀ ਆ ਤੇ ਮੈਨੂੰ ਇਹ ਵੀ ਨਹੀਂ ਦੱਸਣ ਦਿੰਦੀ ਕਿ ਸਾਰੇ ਕੰਮ ਮੈਂ ਕਰਦੀ ਆ। ਪੂਰੀ ਰਾਤ ਸਰਜੀਤ ਜੀ ਸੋਚਦੀ ਰਹੀ। ਉਹਨਾਂ ਨੂੰ ਨੀਂਦ ਨਾ ਆਈ ਤੇ ਸਵੇਰ ਉੱਠ ਕੇ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਬੇਟੇ ਦੇ ਆਉਂਦੇ ਹੀ ਉਹ ਵੀ ਮੰਦਰ ਜਾਣ ਦਾ ਬੋਲ ਕੇ ਇੱਥੋਂ ਚਲੀ ਜਾਵਾਂਗੀ। ਬਹੂ ਦੁਪਹਿਰ ਤੱਕ ਸਰਜੀਤ ਜੀ ਦੇ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਆ ਕਿ ਕਦੋਂ ਬੁੱਢੀ ਆਵੇ ਤੇ ਘਰ ਦੇ ਸਾਰੇ ਕੰਮ ਕਰੇ। ਪੂਰੀ ਸਾਫ਼ ਸਫਾਈ ਪਈ ਰਹਿੰਦੀ ਆ। ਰਸੋਈ 'ਚ ਇੰਨੇ ਸਾਰੇ ਭਾਂਡਿਆਂ ਦਾ ਢੇਰ ਲੱਗਿਆ ਹੋਇਆ। ਫਿਰ ਤੋਂ ਖਾਣਾ ਵੀ ਬਣਾਉਣਾ ਸੀ। ਇਹ ਬੁੱਢੀ ਹਾਲੇ ਤੱਕ ਨਹੀਂ ਆਈ। ਆਉਣ ਦਿਓ ਅੱਜ ਬੁੱਢੀ ਨੂੰ, ਫਿਰ ਇਸ ਦੀ ਚੰਗੀ ਤਰ੍ਹਾਂ ਖੈਰ ਖਬਰ ਲਊਂਗੀ। ਬੇਟੇ ਦੇ ਜਾਣ ਦੇ ਬਾਅਦ ਹੀ ਸ਼ਹਿਰ ਸਪਾਟੇ 'ਤੇ ਨਿਕਲ ਜਾਂਦੀ ਆ। ਗੁੱਸੇ ਦੇ ਮਾਰੇ ਕੋਮਲ ਲਾਲ ਪੀਲੀ ਹੋ ਗਈ। ਨਾ ਜਾਂਦੀ ਇੱਧਰ ਸਰਜੀਤ ਜੀ ਦੁਪਹਿਰ ਤੱਕ ਕੀ ਰਾਤ ਨੂੰ ਵੀ ਘਰ ਨਹੀਂ ਆਉਂਦੀ। ਪੂਰਾ ਘਰ ਖਿੰਡਲਿਆ ਪਿਆ ਹੁੰਦਾ। ਕੋਮਲ ਬਾਹਰ ਤੋਂ ਖਾਣਾ ਆਰਡਰ ਕਰਕੇ ਮੰਗਵਾ ਲੈਂਦੀ ਆ ਕਿਉਂਕਿ ਖਾਣਾ ਬਣਾਉਣ ਦੇ ਲਈ ਵੀ ਉਸ ਨੂੰ ਕਾਫੀ ਸਾਰੇ ਭਾਂਡੇ ਧੋਣੇ ਪੈਣੇ ਸੀ। ਇਸ ਲਈ ਉਸਨੇ ਬਾਹਰ ਤੋਂ ਹੀ ਖਾਣਾ ਮੰਗਵਾਇਆ। ਜ਼ਿਆਦਾ ਆਸਾਨ ਲੱਗਦਾ ਸੀ। ਦੂਜੇ ਦਿਨ ਸਵੇਰ 10 ਵਜੇ ਤੱਕ ਪਵਨ ਆਪਣੇ ਆਫਿਸ ਦੇ ਕੰਮ ਤੋਂ ਘਰ ਵਾਪਸ ਆ ਜਾਂਦਾ। ਪਰ ਦਰਵਾਜ਼ੇ ਦੇ ਬਾਹਰ ਆਪਣੇ ਬੇਟੇ ਅਨਮੋਲ ਨੂੰ ਖੇਡਦੇ ਹੋਏ ਦੇਖਦਾ ਤਾਂ ਕਹਿੰਦਾ ਕਿ ਕੀ ਬੇਟਾ ਅਨਮੋਲ, ਅੱਜ ਤੂੰ ਸਕੂਲ ਨਹੀਂ ਗਿਆ? ਤਾਂ ਪਾਪਾ, ਅੱਜ ਮਾਂ ਨੇ ਟਿਫਨ ਹੀ ਨਹੀਂ ਬਣਾਇਆ, ਇਸ ਲਈ ਮੈਂ ਸਕੂਲ ਨਹੀਂ ਗਿਆ। ਬੇਟੇ ਦੀ ਗੱਲ ਸੁਣ ਕੇ ਪਵਨ ਜਿਵੇਂ ਹੀ ਘਰ ਦੇ ਅੰਦਰ ਆਉਂਦਾ ਤਾਂ ਦੇਖਦਾ ਕਿ ਪੂਰਾ ਘਰ ਅਸਤ ਵਿਅਸਤ ਹੁੰਦਾ। ਕਿਤੇ ਵੀ ਕੁਝ ਵੀ ਸਮਾਨ ਪਿਆ ਹੁੰਦਾ। ਡਾਈਨਿੰਗ ਟੇਬਲ ਉੱਤੇ ਬਹੁਤ ਸਾਰੇ ਜੂਠੇ ਭਾਂਡੇ ਪਏ ਹੁੰਦੇ ਆ। ਰਸੋਈ 'ਚ ਵੀ ਭਾਂਡਿਆਂ ਦਾ ਢੇਰ ਲੱਗਿਆ ਹੁੰਦਾ। ਜਗ੍ਹਾ ਜਗ੍ਹਾ ਕੂੜਾ ਪਿਆ ਹੁੰਦਾ। ਸੋਫੇ 'ਤੇ ਅਨਮੋਲ ਨੇ ਚਿਪਸ ਕੁਰਕਰੇ ਬੈਠ ਕੇ ਖਾਧੇ ਹੁੰਦੇ ਆ ਤੇ ਉਹ ਉਸਦੇ ਰੈਪਰ ਪਏ ਹੁੰਦੇ ਆ। ਕਮਰੇ ਦਾ ਵੀ ਕੁਝ ਅਜਿਹਾ ਹੀ ਹਾਲ ਹੁੰਦਾ। ਆਪਣੇ ਘਰ ਨੂੰ ਇਸ ਤਰ੍ਹਾਂ ਅਸਤ ਵਿਅਸਤ ਦੇਖ ਕੇ ਪਵਨ ਡਰ ਜਾਂਦਾ ਕਿ ਪਤਾ ਨਹੀਂ ਕੀ ਹੋਇਆ। ਕਮਰੇ ਵਿੱਚ ਜਾ ਕੇ ਦੇਖਦਾ ਤਾਂ ਕੋਮਲ ਆਪਣੀ ਸਹੇਲੀ ਨਾਲ ਗੱਲ ਕਰ ਰਹੀ ਹੁੰਦੀ ਆ ਕਿ ਇਹ ਬੁੱਢੀ ਪਤਾ ਨਹੀਂ ਕਿੱਥੇ ਚਲੀ ਗਈ। ਕੱਲ੍ਹ ਸਵੇਰ ਤੋਂ ਹੀ ਗਾਇਬ ਆ। ਘਰ ਦਾ ਕੋਈ ਕੰਮ ਨਹੀਂ ਹੋਇਆ। ਰਸੋਈ ਵਿੱਚ ਵੀ ਭਾਂਡਿਆਂ ਦਾ ਢੇਰ ਲੱਗਿਆ ਹੋਇਆ। ਮੈਂ ਨਾ ਤਾਂ ਸਾਫ਼ ਸਫਾਈ ਕਰੂੰਗੀ ਤੇ ਨਾ ਹੀ ਜੂਠੇ ਬਰਤਨ ਧੋਊਂਗੀ। ਮੈਨੂੰ ਇਸ ਘਰ 'ਚ ਆਏ ਹੋਏ 4 ਸਾਲ ਹੋ ਗਏ ਆ। ਅੱਜ ਤੱਕ ਮੈਂ ਇੱਕ ਭਾਂਡਾ ਨਹੀਂ ਧੋਤਾ। ਘਰ ਦੀ ਸਾਫ਼ ਸਫਾਈ ਨਹੀਂ ਕੀਤੀ ਕਿਉਂਕਿ ਮੈਂ ਤਾਂ ਉਸ ਬੁੱਢੀ ਤੋਂ ਹੀ ਸਾਰਾ ਕੰਮ ਕਰਵਾਉਂਦੀ ਆਈ ਆ। ਆਉਣ ਦੇ ਹੁਣ ਉਸ ਬੁੱਢੀ ਨੂੰ ਇੱਕ ਇੱਕ ਕਰਕੇ ਸਾਰਾ ਕੰਮ ਕਰਵਾਉਂਗੀ। ਬਸ ਉਹਦੇ ਆਉਣ ਦਾ ਇੰਤਜ਼ਾਰ ਕਰ ਰਹੀ ਆ। ਦਰਵਾਜ਼ੇ ਉੱਤੇ ਖੜਾ ਹੋਇਆ ਪਵਨ ਆਪਣੀ ਪਤਨੀ ਕੋਮਲ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਤੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ। ਉਸ ਨੂੰ ਤਾਂ ਲੱਗਦਾ ਕਿ ਉਸ ਦੀ ਪਤਨੀ ਕੋਮਲ ਉਸ ਦੀ ਮਾਂ ਦਾ ਬਹੁਤ ਹੀ ਚੰਗੀ ਤਰ੍ਹਾਂ ਖਿਆਲ ਰੱਖਦੀ ਆ ਕਿਉਂਕਿ ਉਹ ਆਪਣੀ ਮਾਂ ਨੂੰ ਬਹੁਤ ਚਾਹੁੰਦਾ। ਪਰ ਆਫਿਸ ਅਤੇ ਜੌਬ ਵਿੱਚ ਬਿਜ਼ੀ ਹੋਣ ਦੀ ਵਜ੍ਹਾ ਨਾਲ ਘਰ ਵਿੱਚ ਜ਼ਿਆਦਾ ਟਾਈਮ ਨਹੀਂ ਦੇ ਪਾਉਂਦਾ, ਜਿਸ ਦੀ ਵਜ੍ਹਾ ਨਾਲ ਉਸ ਨੂੰ ਪਤਾ ਹੀ ਨਹੀਂ ਸੀ ਕਿ ਘਰ ਵਿੱਚ ਕੌਣ ਜ਼ਿਆਦਾ ਕੰਮ ਕਰਦਾ। ਵਿਆਹ ਦੇ ਬਾਅਦ ਉਸਨੇ ਕੋਮਲ ਨੂੰ ਹਦਾਇਤ ਵੀ ਦਿੱਤੀ ਸੀ ਕਿ ਮਾਂ ਦੇ ਨਾਲ ਚੰਗੀ ਤਰ੍ਹਾਂ ਪੇਸ਼ ਆਵੀਂ ਤੇ ਉਸ ਦੀ ਮਾਂ ਦੀ ਪੂਰੀ ਜ਼ਿੰਦਗੀ ਕੰਮ ਕੀਤਾ। ਉਸ ਤੋਂ ਜ਼ਿਆਦਾ ਕੰਮ ਦੀ ਉਮੀਦ ਨਾ ਰੱਖੀ। ਉਦੋਂ ਉਸਨੇ ਇੱਕ ਦਿਨ ਪਹਿਲਾਂ ਵਾਲੀ ਮਾਂ ਦੀ ਗੱਲ ਯਾਦ ਆਉਂਦੀ ਆ ਜਦੋਂ ਮਾਂ ਕਹਿ ਰਹੀ ਸੀ ਕਿ ਅੱਜ ਉਸਨੇ ਪੂਰੇ ਘਰ ਦੀ ਸਾਫ਼ ਸਫਾਈ ਕੀਤੀ ਆ
ਜਿਸ ਦੀ ਵਜ੍ਹਾ ਨਾਲ ਉਸਦੇ ਪੈਰ ਵਿੱਚ ਮੋਚ ਆ ਗਈ। ਦਰਵਾਜ਼ੇ ਉੱਤੇ ਖੜੇ ਹੋਏ ਪਵਨ ਦੀਆਂ ਅੱਖਾਂ ਮਾਂ ਦੀ ਗੱਲ ਨੂੰ ਯਾਦ ਕਰਦੇ ਹੰਝੂ ਆ ਜਾਂਦੇ ਆ। ਤੇ ਮੇਰੀ ਮਾਂ ਸੱਚ ਕਹਿ ਰਹੀ ਸੀ, ਸੱਚਮੁੱਚ ਉਹ ਘਰ ਦੇ ਸਾਰੇ ਕੰਮ ਕਰਦੀ ਆ। ਅੱਜ ਮੇਰੀ ਮਾਂ ਘਰ ਵਿੱਚ ਨਹੀਂ ਤਾਂ ਦੇਖੋ ਘਰ ਦਾ ਕੀ ਹਾਲ ਕਿਵੇਂ ਖਿਲਰਿਆ ਪਿਆ। ਇੱਥੋਂ ਤੱਕ ਕਿ ਮੇਰਾ ਬੇਟਾ ਵੀ ਸਕੂਲ ਨਹੀਂ ਗਿਆ। ਪਤਨੀ ਦੀ ਸੱਚਾਈ ਅੱਖਾਂ ਦੇ ਸਾਹਮਣੇ ਆਉਂਦੇ ਹੀ ਪਵਨ ਗੁੱਸੇ 'ਚ ਆ ਗਿਆ ਤੇ ਅੱਗ ਬਬੂਲਾ ਹੋ ਗਿਆ। ਦਰਵਾਜ਼ੇ ਨੂੰ ਜ਼ੋਰ ਨਾਲ ਮਾਰ ਕੇ ਉਹ ਆਪਣੀ ਮਾਂ ਦੇ ਕਮਰੇ ਵੱਲ ਭੱਜਦਾ ਕਿ ਮਾਂ ਕਿੱਥੇ ਆ। ਪਵਨ ਦੀ ਆਵਾਜ਼ ਸੁਣ ਕੇ ਹੜਬੜਾਉਂਦੀ ਹੋਈ ਕੋਮਲ ਫੋਨ ਨੂੰ ਰੱਖ ਦਿੰਦੀ ਆ ਤੇ ਪਵਨ ਦੇ ਵੱਲ ਆਉਂਦੀ ਆ ਤਾਂ ਕਹਿੰਦੀ ਆ ਕਿ ਦੇਖ ਰਹੇ ਹੋ ਪਵਨ, ਤੁਹਾਡੀ ਮਾਂ ਕੱਲ੍ਹ ਤੋਂ ਸ਼ਹਿਰ ਛਪਾਟੇ 'ਤੇ ਨਿਕਲ ਗਈ ਆ। ਪਤਾ ਨਹੀਂ ਕਿੱਥੇ ਗਈ ਆ, ਦੱਸ ਕੇ ਵੀ ਨਹੀਂ ਗਈ। ਉਹਨਾਂ ਦੀ ਚਿੰਤਾ ਵਿੱਚ ਮੇਰੇ ਤੋਂ ਘਰ ਦਾ ਕੰਮ ਵੀ ਨਹੀਂ ਹੋਏ ਕੀਤਾ ਗਿਆ। ਅੱਜ ਆਉਣ ਦਿਓ, ਮਾਂ ਜੀ ਨੂੰ ਚੰਗੀ ਤਰ੍ਹਾਂ ਸਮਝਾਇਓ। ਮੈਂ ਤਾਂ ਆਪਣੇ ਅਨਮੋਲ ਨੂੰ ਵੀ ਅੱਜ ਚਿੰਤਾ ਦੀ ਵਜ੍ਹਾ ਨਾਲ ਸਕੂਲ ਨਹੀਂ ਭੇਜ ਸਕੀ। ਆਪਣੀ ਪਤਨੀ ਕੋਮਲ ਦੇ ਝੂਠ ਨੂੰ ਸੁਣ ਕੇ ਪਵਨ ਨੂੰ ਬਹੁਤ ਹੀ ਗੁੱਸਾ ਆਉਂਦਾ ਤੇ ਉਸਦੇ ਗੱਲ ਉੱਤੇ ਜ਼ੋਰ ਨਾਲ ਥੱਪੜ ਜੜ ਦਿੰਦਾ ਕਿ ਸ਼ਰਮ ਨਹੀਂ ਆਉਂਦੀ ਕੋਮਲ, ਤੈਨੂੰ ਝੂਠ ਬੋਲਦੇ ਹੋਏ। ਕਿੱਥੇ ਆ ਮੇਰੀ ਮਾਂ, ਕਿੱਥੇ ਗਈ ਆ? ਮੈਂ ਤੇਰੀ ਤੇ ਤੇਰੀ ਸਹੇਲੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ। ਹੁਣ ਮੇਰੇ ਨਾਲ ਝੂਠ ਬੋਲਣ ਦੀ ਕੋਸ਼ਿਸ਼ ਨਾ ਕਰੀ। ਤੇਰੀ ਸਾਰੀ ਸੱਚਾਈ ਮੈਨੂੰ ਪਤਾ ਚੱਲ ਗਈ ਆ। ਤੂੰ ਮੇਰੀ ਮਾਂ ਦੇ ਨਾਲ ਕਿਵੇਂ ਵਿਵਹਾਰ ਕਰਦੀ ਆ। ਪਵਨ ਦੇ ਮੂੰਹੋਂ ਆਪਣੀ ਸੱਚਾਈ ਸੁਣ ਕੇ ਕੋਮਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਆ, ਕਿਉਂਕਿ ਹਾਲੇ ਤੱਕ ਤਾਂ ਉਹ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਬਹੁਤ ਚੰਗੀ ਬਣੀ ਹੋਈ ਸੀ। ਪਵਨ ਬਾਹਰ ਦੇ ਵੱਲ ਭੱਜਦਾ ਤੇ ਆਪਣੇ ਬੇਟੇ ਨੂੰ ਕਹਿੰਦਾ ਕਿ ਅਨਮੋਲ ਬੇਟਾ, ਤੂੰ ਦਾਦੀ ਨੂੰ ਦੇਖਿਆ ਨਹੀਂ? ਪਾਪਾ, ਦਾਦੀ ਤਾਂ ਕੱਲ੍ਹ ਦੀ ਹੀ ਮੰਦਰ ਦਾ ਬੋਲ ਕੇ ਗਈ ਆ, ਹਾਲੇ ਤੱਕ ਵਾਪਸ ਨਹੀਂ ਆਈ। ਪਵਨ ਗੱਡੀ ਚੁੱਕਦਾ ਤੇ ਮੰਦਰ ਦੇ ਵੱਲ ਭੱਜ ਜਾਂਦਾ। ਮੰਦਰ ਕੋਲ ਜਾ ਕੇ ਚਾਰੇ ਪਾਸੇ ਦੇਖਦਾ, ਉਸ ਨੂੰ ਕਿਤੇ ਵੀ ਉਸ ਦੀ ਮਾਂ ਨਜ਼ਰ ਨਹੀਂ ਆਉਂਦੀ। ਮੰਦਰ ਦੀਆਂ ਪੌੜੀਆਂ ਉੱਤੇ ਬੈਠ ਕੇ ਉਹ ਰੋਣ ਲੱਗਦਾ। ਉਸ ਨੂੰ ਆਪਣੀ ਮਾਂ ਦੀ ਬਚਪਨ ਦੀਆਂ ਤਕਲੀਫਾਂ ਯਾਦ ਆਉਣ ਲੱਗਦੀਆਂ ਕਿ ਕਿੰਨੀਆਂ ਤਕਲੀਫਾਂ ਵਿੱਚੋਂ ਉਸ ਦੀ ਮਾਂ ਨੇ ਉਸ ਨੂੰ ਪੜ੍ਹਾਇਆ ਲਿਖਾਇਆ ਤੇ ਅੱਜ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ। ਤਾਂ ਉਦੋਂ ਹੀ ਉਸ ਦੀ ਨਜ਼ਰ ਸੜਕ ਉੱਤੇ ਝਾੜੂ ਲਾਉਂਦੀ ਹੋਈ ਇੱਕ ਔਰਤ ਦੇ ਵੱਲ ਜਾਂਦੀ ਆ। ਉਹ ਭੱਜ ਕੇ ਝਾੜੂ ਲਾਉਣ ਵਾਲੀ ਔਰਤ ਦੇ ਕੋਲ ਜਾਂਦਾ, ਜਿਸ ਨੇ ਇੱਕ ਲੰਮਾ ਜਿਹਾ ਘੁੰਡ ਕੱਢ ਕੇ ਰੱਖਿਆ ਹੁੰਦਾ। ਉਹ ਔਰਤ ਦੇ ਕੋਲ ਜਾ ਕੇ ਪਵਨ ਮਾਂ ਨੂੰ ਆਵਾਜ਼ ਦਿੰਦਾ ਕਿ ਬੇਟੇ ਦੀ ਆਵਾਜ਼ ਸੁਣ ਕੇ ਝਾੜੂ ਲਾ ਰਹੀ ਔਰਤ ਹੱਥ ਵਿੱਚੋਂ ਝਾੜੂ ਛੱਡ ਦਿੰਦੀ ਆ ਤੇ ਦੂਜੇ ਪਾਸੇ ਜਾਣ ਲੱਗਦੀ ਆ। ਉਦਾਂ ਹੀ ਪਵਨ ਸਮਝ ਜਾਂਦਾ ਕਿ ਇਹ ਉਸੇ ਦੀ ਮਾਂ। ਹੱਥ ਫੜ ਕੇ ਕਹਿੰਦਾ ਕਿ ਮਾਂ, ਤੁਸੀਂ ਕਿੱਥੇ ਜਾ ਰਹੀ ਹੋ? ਇਸ ਤਰ੍ਹਾਂ ਨਾਲ ਆਪਣੇ ਬੇਟੇ ਨੂੰ ਛੱਡ ਕੇ ਨਹੀਂ ਜਾ ਸਕਦੇ ਤੇ ਆਪਣੀ ਸੜਕ ਉੱਤੇ ਝਾੜੂ ਲਾਉਣ ਦੀ ਕੀ ਜ਼ਰੂਰਤ ਸੀ? ਤੁਸੀਂ ਕੱਲ੍ਹ ਤੋਂ ਘਰ ਕਿਉਂ ਨਹੀਂ ਆਏ? ਬੇਟੇ ਦੀ ਗੱਲ ਸੁਣ ਕੇ ਆਪਣੇ ਚਿਹਰੇ ਉੱਤੋਂ ਘੁੰਡ ਚੁੱਕ ਕੇ ਸਰਜੀਤ ਜੀ ਉੱਚੀ ਉੱਚੀ ਰੋਣ ਲੱਗਦੀ ਆ ਤੇ ਕਹਿੰਦੀ ਆ ਕਿ ਬੇਟਾ, ਹੁਣ ਮੈਂ ਘਰ ਨਹੀਂ ਜਾਊਂਗੀ। ਘਰ ਵਿੱਚ ਬਹੂ ਮੇਰੇ ਤੋਂ ਪੂਰਾ ਦਿਨ ਕੰਮ ਕਰਾਉਂਦੀ ਆ। ਮੇਰੇ ਤੋਂ ਹੁਣ ਬੁਢਾਪੇ 'ਚ ਇੰਨਾ ਸਾਰਾ ਕੰਮ ਨਹੀਂ ਹੁੰਦਾ। ਹੁਣ ਕੁਝ ਕਹਿਣੀ ਆ ਤਾਂ ਬਹੂ ਤੇਰੇ ਸਾਹਮਣੇ ਮੈਨੂੰ ਝੂਠਾ ਸਾਬਤ ਕਰ ਦਿੰਦੀ ਆ। ਇਸ ਲਈ ਮੈਂ ਸੋਚ ਲਿਆ ਕਿ ਹੁਣ ਮੈਂ ਮੰਦਰ ਵਿੱਚ ਹੀ ਰਹੂੰਗੀ ਤੇ ਸੁਬਾਹ ਸ਼ਾਮ ਮੰਦਰ ਦੇ ਆਸ-ਪਾਸ ਦੇ ਜਗ੍ਹਾ ਉੱਤੇ ਝਾੜੂ ਲਾ ਦਿਆ ਕਰੂੰਗੀ ਤੇ ਕੁਝ ਪੈਸੇ ਕਮਾ ਲਵਾਂਗੀ। ਉਸ ਨਾਲ ਆਪਣੇ 2 ਵਕਤ ਦਾ ਖਾਣਾ ਖਾ ਲਵਾਂਗੀ, ਪਰ ਘਰ ਵਿੱਚ ਨਹੀਂ ਜਾਊਂਗੀ। ਕੰਮ ਘੱਟ ਤੋਂ ਘੱਟ ਇੱਧਰ ਇੰਨਾ ਤਾਂ ਹੈ ਕਿ 1 ਘੰਟੇ ਸਵੇਰੇ ਤੇ 1 ਸ਼ਾਮ ਨੂੰ ਕੰਮ ਕਰਨ ਦੇ ਵੱਲ ਪੂਰੇ ਦਿਨ ਦੇ ਲਈ ਤਾਂ ਮੈਂ ਆਰਾਮ ਨਾਲ ਬੈਠੂੰਗੀ, ਪਰ ਬਹੂ ਦੇ ਘਰ ਵਿੱਚ ਮੈਂ ਪੂਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਆ। ਮੇਰੇ ਤੋਂ ਹੁਣ ਇੰਨੇ ਸਾਰੇ ਕੰਮ ਨਹੀਂ ਹੁੰਦੇ ਬੇਟਾ, ਹੁਣ ਬੁਢਾਪਾ ਆ ਗਿਆ। ਮਾਂ ਦੀਆਂ ਦਰਦ ਭਰੀਆਂ ਗੱਲਾਂ ਸੁਣ ਕੇ ਬੇਟਾ ਰੋਣ ਲੱਗਦਾ ਤੇ ਕਹਿੰਦਾ ਕਿ ਮਾਂ, ਮੈਨੂੰ ਮਾਫ਼ ਕਰ ਦੇ। ਮੈਂ ਹੀ ਤੁਹਾਡੀਆਂ ਗੱਲਾਂ ਨੂੰ ਸੀਰੀਅਸ ਨਹੀਂ ਲਿਆ। ਉਹ ਉਸ ਦਾ ਹੀ ਨਤੀਜਾ ਤੇ ਮੈਂ ਆਪਣੀ ਪਤਨੀ ਕੋਮਲ ਉੱਤੇ ਕੁਝ ਜ਼ਿਆਦਾ ਹੀ ਭਰੋਸਾ ਕਰ ਲਿਆ। ਮੈਨੂੰ ਨਹੀਂ ਪਤਾ ਸੀ ਕਿ ਪਿੱਠ ਪਿੱਛੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਆ। ਘਰ ਚੱਲੋ ਮਾਂ, ਉਹ ਘਰ ਤੁਹਾਡਾ ਹੀ ਆ। ਤੁਸੀਂ ਇੱਧਰ ਇਸ ਤਰ੍ਹਾਂ ਮੰਦਰ ਵਿੱਚ ਨਹੀਂ ਰਹਿ ਸਕਦੇ। ਜ਼ਬਰਦਸਤੀ ਪਵਨ ਆਪਣੀ ਮਾਂ ਨੂੰ ਘਰ ਲੈ ਕੇ ਆ ਗਿਆ। ਮਾਂ ਨੂੰ ਕੁਰਸੀ ਉੱਤੇ ਬਿਠਾਇਆ ਤੇ ਕਹਿੰਦਾ ਕਿ ਮੈਂ ਹੁਣ ਤੁਸੀਂ ਘਰ ਵਿੱਚ ਆਰਾਮ ਨਾਲ ਬੈਠੋ, ਤੁਹਾਨੂੰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ। ਉਦੋਂ ਤੱਕ ਕੋਮਲ ਦੇ ਮਾਤਾ ਪਿਤਾ ਵੀ ਘਰ 'ਚ ਆ ਜਾਂਦੇ ਆ, ਜਿਨ੍ਹਾਂ ਨੂੰ ਦੇਖ ਕੇ ਕੋਮਲ ਦੰਗ ਰਹਿ ਜਾਂਦੀ ਆ। ਮਾਂ, ਅਚਾਨਕ ਤੁਸੀਂ ਮੇਰੇ ਸਹੁਰੇ ਘਰ ਵਿੱਚ ਕਿਵੇਂ? ਬੇਟਾ, ਅੱਜ ਜਵਾਈ ਜੀ ਦਾ ਫੋਨ ਆਇਆ ਸੀ, ਇਸ ਲਈ ਅਸੀਂ ਆਏ ਆ। ਬੜੇ ਹੀ ਗੁੱਸੇ 'ਚ ਲੱਗ ਰਹੇ ਸੀ। ਕੀ ਹੋਇਆ ਬੇਟਾ, ਸਭ ਠੀਕ ਤਾਂ ਹੈ ਨਾ? ਮਾਂ, ਤੁਸੀਂ ਘਰ ਵਾਪਸ ਜਾਓ, ਇੱਧਰ ਸਭ ਕੁਝ ਠੀਕ ਆ। ਉਦੋਂ ਹੀ ਪਿੱਛੇ ਤੋਂ ਪਵਨ ਕਹਿੰਦਾ ਕਿ ਨਹੀਂ ਮਾਂ, ਕੁਝ ਵੀ ਠੀਕ ਨਹੀਂ। ਤੁਸੀਂ ਇਕੱਲੇ ਘਰ ਵਾਪਸ ਨਾ ਜਾਇਓ, ਆਪਣੀ ਬੇਟੀ ਨੂੰ ਵੀ ਆਪਣੇ ਨਾਲ ਹੀ ਲੈ ਕੇ ਜਾਇਓ। ਮੈਨੂੰ ਤੁਹਾਡੀ ਬੇਟੀ ਦੀ ਹੁਣ ਇਸ ਘਰ ਵਿੱਚ ਕੋਈ ਜ਼ਰੂਰਤ ਨਹੀਂ। ਕੀ ਬੇਟਾ, ਅਜਿਹਾ ਕੀ ਹੋ ਗਿਆ? ਤਾਂ ਪਵਨ ਉਹਨਾਂ ਦੀ ਬੇਟੀ ਦੀ ਸਾਰੀ ਸੱਚਾਈ ਆਪਣੇ ਸੱਸ ਸਹੁਰੇ ਨੂੰ ਦੱਸ ਦਿੰਦਾ, ਜਿਸ ਨੂੰ ਸੁਣ ਕੇ ਉਸ ਦੀ ਮਾਂ ਵੀ ਬੜੀ ਦੁਖੀ ਹੁੰਦੀ ਆ ਤੇ ਕਹਿੰਦੀ ਆ ਕਿ ਬੇਟੀ, ਮੈਨੂੰ ਨਹੀਂ ਪਤਾ ਸੀ ਕਿ ਤੂੰ ਅੰਦਰ ਤੋਂ ਇੰਨੀ ਕਠੋਰ ਆ। ਤੈਨੂੰ ਆਪਣੀ ਸੱਸ ਵਿੱਚ ਇੰਨਾ ਕੰਮ ਕਰਵਾਉਂਦੇ ਹੋਏ ਸ਼ਰਮ ਨਹੀਂ ਆਈ? ਮਾਂ, ਹੁਣ ਜੋ ਵੀ ਉਹ
ਪਰ ਤੁਸੀਂ ਆਪਣੀ ਬੇਟੀ ਨੂੰ ਆਪਣੇ ਨਾਲ ਹੀ ਲੈ ਕੇ ਜਾਇਓ। ਹੁਣ ਇਸ ਨੂੰ ਆਪਣੀ ਮਾਂ ਦੇ ਨਾਲ ਨਹੀਂ ਰੱਖ ਸਕਦਾ। ਮੈਨੂੰ ਕੋਮਲ ਉੱਤੇ ਬਿਲਕੁਲ ਵੀ ਭਰੋਸਾ ਨਹੀਂ। ਮੇਰੇ ਪਿੱਛੋਂ ਇਹ ਮੇਰੀ ਮਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰੇਗੀ। ਰਹੀ ਗੱਲ ਕੰਮ ਧੰਦੇ ਦੀ, ਤਾਂ ਮੈਂ ਇੱਕ ਕੰਮ ਵਾਲੀ ਰੱਖ ਲਊਂਗਾ ਤੇ ਘਰ ਦੇ ਸਾਰੇ ਕੰਮ ਕਾਰ ਦੇਖ ਲਵੇਗੀ, ਪਰ ਆਪਣੀ ਮਾਂ ਨੂੰ ਇੱਕ ਵੀ ਕੰਮ ਨਹੀਂ ਕਰਨ ਦੇਵਾਂਗਾ। ਮੇਰੀ ਮਾਂ ਨੇ ਪੂਰੀ ਜ਼ਿੰਦਗੀ ਬਹੁਤ ਕੰਮ ਕੀਤਾ, ਹੁਣ ਉਹ ਆਰਾਮ ਕਰੇਗੀ ਤੇ ਜਿਸ ਦਿਨ ਤੁਹਾਡੀ ਬੇਟੀ ਨੂੰ ਅਕਲ ਆ ਜਾਵੇਗੀ ਉਸ ਦਿਨ ਮੇਰੇ ਘਰ ਵਾਪਸ ਆ ਜਾਵੇ। ਉਸ ਤੋਂ ਪਹਿਲਾਂ ਮੇਰੇ ਘਰ 'ਚ ਆਉਣ ਦੀ ਜ਼ਰੂਰਤ ਨਹੀਂ। ਮੈਂ ਪੂਰੀ ਜ਼ਿੰਦਗੀ ਇਕੱਲਾ ਕੱਟ ਲਊਂਗਾ, ਪਰ ਅਜਿਹੀ ਪਤਨੀ ਦੇ ਨਾਲ ਬਿਲਕੁਲ ਨਹੀਂ ਰਹੂੰਗਾ ਜਿਸ ਨੇ ਮੇਰੀ ਮਾਂ ਨੂੰ ਘਰ ਦੀ ਕੰਮ ਵਾਲੀ ਬਣਾ ਕੇ ਰੱਖ ਦਿੱਤਾ। ਕੋਮਲ ਦੀ ਮਾਤਾ ਪਿਤਾ ਬੜੇ ਹੀ ਦੁਖੀ ਮਨ ਨਾਲ ਆਪਣੀ ਬੇਟੀ ਨੂੰ ਵਾਪਸ ਲੈ ਜਾਂਦੇ ਆ, ਕਿਉਂਕਿ ਉਸ ਵਕਤ ਪਵਨ ਕੋਮਲ ਨੂੰ ਘਰ ਵਿੱਚ ਰੱਖਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਇੱਧਰ ਘਰ ਵਿੱਚ ਕੰਮ ਦੇ ਲਈ ਉਹ ਕੰਮ ਵਾਲੀ ਨੂੰ ਰੱਖ ਲੈਂਦਾ ਤੇ ਚੰਗੀ ਤਰ੍ਹਾਂ ਆਪਣੀ ਮਾਂ ਦੀ ਦੇਖਭਾਲ ਕਰਦਾ। ਕੁਝ ਦਿਨਾਂ ਵਿੱਚ ਹੀ ਉਸ ਦੀ ਮਾਂ ਠੀਕ ਹੋ ਜਾਂਦੀ ਆ। ਇਸ ਗੱਲ ਨੂੰ ਕਈ ਵਾਰ ਕੋਮਲ ਦਾ ਫੋਨ ਸਰਜੀਤ ਜੀ ਦੇ ਕੋਲ ਆਉਂਦਾ ਤੇ ਉਹ ਮਾफ़ੀ ਵੀ ਮੰਗਦੀ ਆ। ਪੂਰੇ 6 ਮਹੀਨੇ ਲੰਘ ਜਾਂਦੇ ਆ। ਕੋਮਲ ਦੇ ਸੁਭਾਅ ਵਿੱਚ ਵੀ ਬਹੁਤ ਬਦਲਾਅ ਆ ਚੁੱਕਿਆ ਹੁੰਦਾ, ਕਿਉਂਕਿ ਪੇਕਿਆਂ 'ਚ ਭਰਾ ਭਾਬੀ ਦੇ ਨਾਲ ਲੰਮੇ ਸਮੇਂ ਤੱਕ ਰਹਿਣਾ ਆਸਾਨ ਨਹੀਂ ਹੁੰਦਾ। ਭਰਾ ਭਾਬੀ ਦੇ ਤਾਨੇ ਸੁਣ ਸੁਣ ਕੇ ਉਸ ਨੂੰ ਵੀ ਅਕਲ ਆ ਗਈ। ਇਸ ਲਈ ਇੱਕ ਦਿਨ ਉਹ ਸਹੁਰੇ ਘਰ ਆਉਂਦੀ ਆ ਤੇ ਆਪਣੀ ਸੱਸ ਤੋਂ ਮਾफ़ੀ ਮੰਗਦੀ ਆ ਕਿ ਮਾਂ ਜੀ, ਮੈਨੂੰ ਆਪਣੇ ਕੀਤੇ ਤੇ ਬੜਾ ਹੀ ਪਛਤਾਵਾ। ਮੈਂ ਸੱਚਮੁੱਚ ਜੋ ਕੀਤਾ ਬਹੁਤ ਗਲਤ ਕੀਤਾ, ਪਰ ਹੁਣ ਮੈਂ ਕਦੇ ਵੀ ਤੁਹਾਡੇ ਨਾਲ ਗਲਤ ਵਿਵਹਾਰ ਨਹੀਂ ਕਰਾਂਗੀ। ਜੇ ਅਜਿਹਾ ਕਦੇ ਕੁਝ ਕੀਤਾ ਤਾਂ ਤੁਸੀਂ ਆਪਣੇ ਬੇਟੇ ਨੂੰ ਦੱਸ ਦੇਣਾ। ਹੁਣ ਤਾਂ ਤੁਹਾਡਾ ਬੇਟਾ ਮੇਰੇ ਤੋਂ ਜ਼ਿਆਦਾ ਤੁਹਾਡੇ 'ਤੇ ਭਰੋਸਾ ਕਰਦਾ, ਪਰ ਮੈਨੂੰ ਮੇਰੇ ਸਹੁਰੇ ਘਰ ਵਿੱਚ ਹੀ ਰਹਿਣ ਦਿਓ। ਮੈਂ ਪੇਕੇ ਨਹੀਂ ਰਹਿਣਾ ਚਾਹੁੰਦੀ। ਸਰਜੀਤ ਜੀ ਬਹੂ ਨੂੰ ਮਾਫ਼ ਤਾਂ ਨਹੀਂ ਕਰਦੀ, ਪਰ ਆਪਣੇ ਬੇਟੇ ਬਹੂ ਦੀ ਘਰ ਗ੍ਰਸਤੀ ਨੂੰ ਵੀ ਨਹੀਂ ਉਜਾੜਨਾ ਚਾਹੁੰਦੀ। ਇਸ ਲਈ ਉਹ ਬੇਟੇ ਨੂੰ ਸਮਝਾ ਕੇ ਬਹੂ ਨੂੰ ਘਰ ਵਿੱਚ ਵਾਪਸ ਬੁਲਾ ਲੈਂਦੀ ਆ। ਪਵਨ ਕਹਿੰਦਾ ਕਿ ਕੋਮਲ, ਤੂੰ ਘਰ ਵਿੱਚ ਵਾਪਸ ਜ਼ਰੂਰ ਆਈ ਆ, ਪਰ ਓਨਾ ਧਿਆਨ ਰੱਖੀ ਕਿ ਇਸ ਘਰ ਵਿੱਚ ਬਹੂ ਬਣ ਕੇ ਹੀ ਵਾਪਸ ਆਉਣਾ। ਮੇਰੀ ਮਾਂ ਦੀ ਸੱਸ ਬਣਨ ਦੀ ਕੋਸ਼ਿਸ਼ ਨਾ ਕਰੀ। ਜੇ ਤੈਨੂੰ ਮੇਰੀਆਂ ਸ਼ਰਤਾਂ ਮਨਜ਼ੂਰ ਆ ਤਾਂ ਇਸ ਘਰ ਵਿੱਚ ਆ, ਵਰਨਾ ਵਾਪਸ ਜਾ ਸਕਦੀ ਆ। ਪਰ ਕੋਮਲ ਨੇ ਆਪਣੇ ਪੇਕਿਆਂ ਵਿੱਚ ਇੰਨਾ ਕੁਝ ਦੇਖ ਲਿਆ ਸੀ ਕਿ ਉਸ ਨੂੰ ਸਹੁਰੇ ਘਰ ਵਿੱਚ ਰਹਿਣਾ ਜ਼ਿਆਦਾ ਠੀਕ ਲੱਗ ਰਿਹਾ ਸੀ। ਸੋ ਦੋਸਤੋ, ਜੇ ਬੇਟਾ ਚੰਗਾ ਹੋਵੇ ਤਾਂ ਦੁਨੀਆ 'ਚ ਕੋਈ ਵੀ ਮਾਤਾ ਪਿਤਾ ਕਦੇ ਦੁਖੀ ਨਹੀਂ ਰਹਿ ਸਕਦਾ। ਆਪਣੇ ਮਾਤਾ ਪਿਤਾ ਨੂੰ ਚੰਗੀ ਤਰ੍ਹਾਂ ਰੱਖਣ ਦਾ ਕਰਤੱਵ ਬੇਟੇ ਦਾ ਹੁੰਦਾ। ਅੱਜ ਬੇਟਾ ਚੰਗਾ ਹੋਵੇ ਤਾਂ ਉਹ ਆਪਣੀ ਪਤਨੀ ਨੂੰ ਵੀ ਸਮਝਾ ਕੇ ਠੀਕ ਕਰ ਲੈਂਦਾ ਤੇ ਆਰਾਮ ਨਾਲ ਆਪਣੇ ਘਰ ਗ੍ਰਸਤੀ ਨੂੰ ਤੇ ਆਪਣੇ ਮਾਤਾ ਪਿਤਾ ਨੂੰ ਲੈ ਕੇ ਚੱਲਦਾ। ਸੋ ਦੋਸਤੋ, ਇਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ, ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ। ਜੇ ਅਜਿਹੀਆਂ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।